ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਵੰਤ ਕੌਰ ਦੀ ਕਹਾਣੀ ਮੇਰੀ ਜ਼ੁਬਾਨੀ। ਅੱਗੇ ਪੜ੍ਹਦੇ ਹਾਂ। ਉਧਰ ਬੀਬੀ ਫਾਤਮਾ ਜਿਸ ਵੇਲੇ ਘਰ ਦੇ ਧੰਦਿਓਂ ਵਿਹਲੀ ਹੋਈ ਔਰ ਸਤਵੰਤ ਕੌਰ ਵੱਲ ਗਈ ਤਦ ਅੰਦਰ ਖਾਲੀ ਪਾਇਆ। ਪੰਖੀ ਉੱਡ ਗਿਆ, ਪਿੰਜਰਾ ਸੱਖਣਾ ਕੀ ਕਰਦੀ। ਪਹਿਲੇ ਤਾਂ ਕੁਝ ਸ਼ੱਕ ਰਿਹਾ, ਪਰ ਜਦ ਮਰਦਾਵੇਂ ਕੱਪੜੇ ਨਾ ਡਿੱਠੇ ਤਦ ਦਿਲ ਨੂੰ ਘਾਟ ਪਈ। ਅੱਖਾਂ ਅੱਗੇ ਹਨੇਰਾ ਆ ਗਿਆ, ਹੋਸ਼ ਧੂਏ ਵਾਂਗ ਉੱਡ ਖੜੋਤੀ, ਪਰ ਦਿਮਾਗ ਨੂੰ ਚੱਕਰ ਦੇ ਕੇ ਧੜਾ ਕਰਕੇ ਡਿੱਗਿਆ। ਡਿੱਗੀ ਪਈ ਰਹੀ, ਕਿੰਨਾ ਚਿਰ ਲੰਘ ਗਿਆ। ਬੇਹੋਸ਼ ਤਾਂ ਨਹੀਂ ਹੋਈ, ਪਰ ਸਰੀਰ ਢਿੱਲਾ ਐਸਾ ਹੋਇਆ ਕਿ ਉੱਠਣੇ ਦੀ ਆਸਨ ਨਾ ਰਹੀ। ਕਿੰਨੇ ਚਿਰ ਪਿੱਛੋਂ ਉੱਠੀ, ਪਰ ਲੱਤਾਂ ਥਿੜਕਣ, ਫੇਰ ਸਾਹ ਸਹੀਨ ਹੋ ਕੇ ਬੈਠ ਗਈ। ਇੱਕੁਰ ਕਿੰਨੇ ਚਿਰ ਮਗਰੋਂ ਉੱਠੀ, ਬਾਹਰ ਗਈ, ਜਾ ਕੇ ਅੰਗੂਰਾਂ ਦਾ ਰਸ ਪੀਤਾ। ਜਰਾ ਕੁ ਢਾਰਸ ਹੋਈ, ਸਰੀਰ ਖਲੋਤਾ, ਪਰ ਦਿਲ ਦੀ ਖੁੱਸਨ ਨੂੰ ਕੌਣ ਹਟਾਵੇ। ਫੇਰ ਅੰਦਰ ਗਈ, ਦੀਵਾ ਜਗਾ ਕੇ ਸਾਰੀ ਸੁਰੰਗ ਦੇਖੀ, ਖੋਲ ਕੇ ਬਾਹਰ ਗਈ। ਸੱਜਰੀ ਮਿੱਟੀ ਢੱਠੀ ਦੇਖ ਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੇ ਦੀ ਚਿੜੀ ਉੱਡ ਗਈ। ਨਿਰਾਸ਼ ਹੋ ਕੇ ਆਪਣੇ ਅੰਦਰ ਬੈਠੀ ਤੇ ਗਿਣਤੀਆਂ ਗਿਣਨ ਲੱਗੀ, ਪਰੰਤੂ ਬੁਲਾਵੇ ਇਸ ਨੂੰ ਮੁੱਲੋਂ ਨਾ ਪਾਵੇ। ਗੋਲੀਆਂ ਬਾਂਦੀਆਂ ਕੰਮ ਪੁੱਤਰ ਬੁਲਾਵੇ ਇਸ ਨੂੰ ਮੁੱਲੋਂ ਨਾ ਪਾਵੇ। ਗੋਲੀਆਂ ਬਾਂਦੀਆਂ ਕੰਮ ਪੁੱਛਣ ਇਸ ਨੂੰ ਮੂੰਹੋਂ ਗੱਲ ਨਾ ਆਵੇ। ਆਪਣੇ ਵੱਲੋਂ ਬਥੇਰਾ ਹੌਸਲਾ ਕਰੇ, ਪਰ ਦਿਲ ਨੂੰ ਐਸੀ ਧਰੀਕ ਪਵੇ ਜੋ ਕਿਸੇ ਬਿਧ ਨਾ ਠੱਲੀ ਜਾਵੇ। ਅੱਗੇ ਬਿਪਤਾ ਵੇਲੇ ਜਪ ਸਾਹਿਬ ਦਾ ਪਾਠ ਜਿਕੁਰ ਸਤਵੰਤ ਕੌਰ ਨੇ ਦੱਸਿਆ ਸੀ, ਇਸ ਨੂੰ ਰੜਨੋਂ ਠੱਲ ਲੈਂਦਾ ਸੀ, ਪਰ ਹੁਣ ਪਾਠ ਕਰੇ ਇੱਕ ਪੌੜੀ ਦਾ। ਮਨ ਸੋਚਾਂ ਦੇ ਪਰ ਲਾ ਕੇ ਸਤਵੰਤ ਕੌਰ ਦੇ ਮਗਰ ਸ਼ਹਿਰਾਂ ਜੰਗਲਾਂ ਵਿੱਚ ਸੈਂਕੜੇ ਉਡਾਰੀਆਂ ਮਾਰੇ। ਢਾਰਸ ਕਿਸ ਪ੍ਰਕਾਰ ਹੋਵੇ। ਬੈਠੀ ਬੈਠੀ ਦੇ ਅਥਰੂ ਵਾਂਗ ਵਗ ਤੁਰਨ। ਇਹ ਉਹਨਾਂ ਨੂੰ ਰੋਕੇ, ਪਰ ਜਿਕੁਰ ਪਿਚਕਾਰੀ ਦੇ ਮੂੰਹ ਅੱਗੇ ਤਾਂ ਦੇਈਏ ਉਂਗਲ ਦੇ ਪਿੱਛੇ ਦਬਾਈਏ ਡੱਕਾ, ਤਦ ਪਾਣੀ ਉਂਗਲ ਨੂੰ ਪਰੇ ਤੱਕ ਕੇ ਜ਼ੋਰ ਨਾਲ ਨਿਕਲਦਾ ਹੈ। ਤਿਵੇਂ ਵਿਛੋੜੇ ਦੀ ਪੀੜਾ ਦੇ ਧੱਕੇ ਨਾਲ ਇਸ ਦੀ ਅਕਲ ਦੀ ਉਂਗਲ ਜੋ ਅਥਰੂਆਂ ਨੂੰ ਰੋਕੇ ਪਰੇ ਜਾ ਪਵੇ, ਔਰ ਹੰਝੂਆਂ ਦੀ ਤਾਰ ਤਿੱਖੀ ਹੋ ਕੇ ਵਗੇ। ਇਹ ਹਾਰਕ ਪਾਣੀ ਦੀ ਬਾਟੀ ਉੱਪਰ ਮੂੰਹ ਕਰਕੇ ਛਿੱਟੇ ਮਾਰੇ, ਜੋ ਅੱਖਾਂ ਦਾ ਸੋਮਾ ਸੁੱਕੜ ਕੇ ਹੀ ਪਾਣੀ ਨੂੰ ਬੰਦ ਕਰੇ, ਪਰ ਕਿੱਥੋਂ, ਸਗੋਂ ਉਲਟਾ ਅਸਰ ਹੋਵੇ। ਅੰਦਰੋਂ ਸੜਦੇ ਪਾਣੀ ਨੂੰ ਜਦ ਠੰਡੇ ਪਾਣੀ ਦੇ ਛੱਟਿਆਂ ਨਾਲ ਸਪਰਸ਼ ਹੋਵੇ, ਤਦ ਆਪਣੀ ਅੱਗ ਬੁਝਾਉਣੇ ਲਈ ਹੰਝੂਆਂ ਦਾ ਤੱਤਾ ਪਾਣੀ ਉਛਲ ਕੇ ਵੱਧ ਨਿਕਲੇ। ਵਿਚਾਰੀ ਫਾਤਮਾ ਦੇ ਹੱਥ ਪੁਰ ਠੰਡੀਆਂ ਤੇ ਤੱਤੀਆਂ ਬੂੰਦਾਂ ਚੱਲਦੀਆਂ ਅੱਡ ਅੱਡ ਇਉਂ ਪ੍ਰਤੀਤ ਦੇਣ, ਜਿਕੁਰ ਅਟਕ ਤੇ ਲੰਡਾ ਨਾਲੋਂ ਨਾਲ ਵਗਦੇ ਅੱਡ ਅੱਡ ਰੰਗ ਦਿਖਾਉਂਦੇ ਹਨ। ਫਾਤਮਾ ਦੇ ਘਰ ਵਾਲੇ ਨੂੰ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇੱਕ ਪਿੰਡ ਇਨਾਮ ਮਿਲਿਆ ਸੀ। ਉਸਨੇ ਆ ਕੇ ਦੱਸਿਆ, ਪਰ ਫਾਤਮਾ ਦੇ ਚਿਹਰੇ ਨੇ ਹਾਸੇ ਵਿੱਚ ਰੰਗ ਨਾ ਵਟਾਇਆ। ਬੰਨ ਬੰਨ ਕੇ ਹੱਸੇ, ਪਰ ਅੱਖਾਂ ਬੁੱਲਾਂ ਦੇ ਕਹੇ ਪੂਰੀ ਤਰ੍ਹਾਂ ਆਖੇ ਨਾ ਲੱਗਣ। ਬੁੱਲ ਮੁਸਕਰਾਉਣ, ਪਰ ਅੱਖਾਂ ਤਰਬਤਰ ਹੋ ਜਾਣ। ਖਾਂ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ, ਪਰ ਉਹ ਕੀ ਦੱਸੇ। ਉੱਥੇ ਤਾਂ ਇਹ ਮਾਮਲਾ ਵਰਤ ਰਿਹਾ ਸੀ। ਹੇ ਦਿਲ ਦੇ ਸਾੜ, ਇੱਕ ਸੁਣ ਬੇਨਤੀ ਤੂੰ, ਇਸ਼ਕ ਦੇ ਭੇਤ ਦੀ ਨਿਕਲੇ ਤਾਂ ਟੁਕ ਸੂੰ। ਵਿੱਚੋਂ ਵਿੱਚ ਫੂਕ ਛੱਡ ਬਾਕੀ ਨਾ ਇੱਕ ਲੂੰ, ਪਰ ਐਸੀ ਅੱਗ ਹੋ ਜਿਸ ਦਾ ਨਾ ਹੋ ਤੂੰ। ਇਹ ਮਾਮਲਾ ਫਾਤਮਾ ਨੂੰ ਆ ਵਾਪਰਿਆ ਸੀ, ਸੋ ਘਰ ਵਾਲੇ ਨੂੰ ਕੀ ਦੱਸੇ। ਬਹਾਨੇ ਕਰ ਟਾਲੇ, ਪਰ ਉਹ ਵਧੀਕ ਹਿੱਤ ਕਰ ਪੁੱਛੇ। ਛੇਕੜ ਨੀਂਦ ਨੇ ਆ ਛੁਡਾਇਆ, ਸਭ ਸੌਂ ਗਏ। ਇੱਕ ਫਾਤਮਾ ਸਿਰਹਾਣੇ ਤੇ ਸਿਰ ਰੱਖੀ ਰੋ ਰੋ ਕੇ ਉਸਨੂੰ ਗਿੱਲਿਆਂ ਕਰ ਰਹੀ ਸੀ। ਕਿੰਨੀ ਰਾਤ ਤਾਂ ਬੀਤੀ, ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ। ਬਾਣੀ ਦੇ ਪਾਠ ਨੇ ਵੀ ਠਰਮਾ ਦਿੱਤਾ ਸੀ। ਕੁਝ ਕੁ ਆਲਸ ਜਿਹਾ ਆ ਗਿਆ। ਜਾ ਫਾਤਮਾ ਬਾਣੀ ਦੇ ਪਾਠ ਨੇ ਵੀ ਠਰਮਾ ਦਿੱਤਾ। ਕੁਝ ਕੁ ਆਲਸ ਜਿਹਾ ਆ ਗਿਆ। ਜਾਂ ਫਾਤਮਾ ਦਿਨੇ ਉੱਠੀ ਤਦ ਸਰੀਰ ਨਿਰਬਲ, ਦਿਲ ਮਜ਼ਦੋਰ, ਤੇ ਉਹ ਵਿਛੋੜੇ ਦਾ ਸੱਲ ਬਾਕੀ। ਵਿਚਾਰੀ ਸੋਚਾਂ ਸੋਚੇ ਕਿ ਕਿੱਕਰ ਸਤਵੰਤ ਕੌਰ ਲੱਭੇ।
ਆਪ ਪਰਦੇਦਾਰ ਘਰੋਂ ਬਾਹਰ ਪੈਰ ਨਾ ਕੱਢਣ। ਭੇਤ ਐਸਾ ਜੋ ਕਿਸੇ ਨੂੰ ਦੱਸ ਨਾ ਸਕੇ। ਢੂੰਡਪਾਲ ਹੋਵੇ ਤਾਂ ਕਿੱਕਰ। ਫਿਰ ਜਦ ਸੋਚੇ ਕਿ ਸਤਵੰਤ ਕੌਰ ਬੜੀ ਹਠੀਆ ਹੈ ਔਰ ਜ਼ਰੂਰ ਪੰਜਾਬ ਨੂੰ ਤਾਈ ਕਰੇਗੀ, ਤਦ ਰਸਤੇ ਦੇ ਔਖ ਔਰ ਉਸਦੇ ਗਰੀਬੀ ਦੇ ਆਲਮ ਦਾ ਖਿਆਲ ਉਸਨੂੰ ਗੜੇ ਗੜੇ ਹੀ ਹੰਝੂ ਰੁਆਵੇ ਕਿ ਕਿੱਕਰ ਐਡਾ ਭਾਰਾ ਜਫਰ ਜਾਲੇਗੀ। ਖਬਰੇ ਕਿਸ ਮੁਸੀਬਤ ਵਿੱਚ ਫਸੇਗੀ, ਕਿੰਨਾ ਔਂਕੜਾਂ ਦੇ ਮੂੰਹ ਆਵੇਗੀ। ਇਹਨਾਂ ਸੋਚਾਂ ਤੇ ਫਿਕਰਾਂ ਵਿੱਚ ਕਈ ਦਿਨ ਬੀਤੇ ਪਰ ਬਣਿਆ ਕੁਝ ਨਾ। ਇੱਕ ਦਿਨ ਘਰ ਵਾਲੇ ਨੇ ਆ ਕੇ ਦੱਸਿਆ ਕਿ ਉਹ ਲੜਕੀ ਜੋ ਸਾਡੇ ਘਰ ਰਹੀ ਸੀ ਔਰ ਜਿਸ ਨੇ ਮੈਨੂੰ ਕੈਦੋਂ ਛੁਡਾਇਆ ਸੀ, ਅਰਥਾਤ ਸਤਵੰਤ ਕੌਰ, ਫੜੀ ਗਈ ਹੈ। ਅੱਜ ਅਮੀਰ ਦੇ ਮਹਿਲੀਂ ਪਹੁੰਚਾਈ ਗਈ ਹੈ। ਇੱਕ ਪਠਾਨ ਦੇ ਪਾਸ ਸੀ ਔਰ ਉਹ ਮੰਡੀ ਵਿੱਚ ਵੇਚ ਰਿਹਾ ਸੀ। ਸਿਪਾਹੀਆਂ ਪਛਾਣ ਕੀਤੀ ਔਰ ਸਰਕਾਰੇ ਪਹੁੰਚਾਇਆ। ਉੱਥੇ ਗੋਲੀਆਂ ਬਾਂਦੀਆਂ ਨੇ ਵੀ ਪਛਾਣ ਲਿਆ ਹੈ। ਅਮੀਰ ਸਾਹਿਬ ਵੀ ਕੁਝ ਪਛਾਣ ਕਰਦੇ ਹਨ। ਉਸ ਨੂੰ ਜੇ ਪੁੱਛੇ ਤਾਂ ਉੱਤਰ ਨਹੀਂ ਦਿੰਦੀ। ਬਿਟਰ ਬਿਟਰ ਤੱਕਦੀ, ਫਰਨ ਫਰਨ ਰੋ ਪੈਂਦੀ ਹੈ। ਅਮੀਰ ਸਾਹਿਬ ਨੇ ਕੈਦ ਦਾ ਹੁਕਮ ਦਿੱਤਾ ਸੀ, ਪਰ ਮੈਂ ਰਹਿ ਨਾ ਸਕਿਆ। ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਕਿ ਇਹ ਲੜਕੀ ਉਹ ਨਹੀਂ ਹੈ। ਬਿਹਤਰ ਹੋਵੇ ਜੋ ਇਹ ਮੇਰੀ ਵਹੁਟੀ ਪਾਸ ਘੱਲੀ ਜਾਵੇ। ਉਹ ਠੀਕ ਤਰ੍ਹਾਂ ਪਛਾਣ ਸਕੇਗੀ ਜਿਸ ਪਾਸ ਇਸ ਨੇ ਮੁੱਦਤ ਕੱਟੀ ਹੈ। ਤੇ ਹੁਣ ਜੋ ਲੋਕ ਪਛਾਣਦੇ ਹਨ ਉਹਨਾਂ ਨੇ ਕੇਵਲ ਇੱਕੋ ਵੇਰ ਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਔਰ ਕੱਲ੍ਹ ਉਹ ਤੁਹਾਡੇ ਪਾਸ ਆਂਦੀ ਜਾਵੇਗੀ। ਮੇਰਾ ਤਾਤਪਰਜ ਇਹ ਸੀ ਕਿ ਮੈਂ ਵੀ ਹਸਾਨ ਲਾ ਲਵਾਂ। ਜੇ ਉਹ ਹੋਈ ਤੁਸਾਂ ਕਹਿ ਦੇਣਾ ਕਿ ਇਹ ਉਹ ਨਹੀਂ ਹੈ। ਅਮੀਰ ਛੱਡ ਦੇਵੇਗਾ, ਤਦ ਵਿਚਾਰੀ ਬਚ ਰਹੇਗੀ। ਅਸੀਂ ਫਿਰ ਉਸਨੂੰ ਲੈ ਆਵਾਂਗੇ ਤੇ ਲੁਕਾ ਕੇ ਕਿਤੇ ਸੁੱਖ ਦੇ ਥਾਂ ਪਹੁੰਚਾ ਦਿਆਂਗੇ। ਫਾਤਮਾ ਪਹਿਲੇ ਤਾਂ ਗੋਤੇ ਗਈ ਸੀ, ਪਰ ਫਿਰ ਪਤੀ ਦੀ ਦਨਾਈ ਦੀ ਚਾਲ ਨੂੰ ਦੇਖ ਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫਿਰ ਪਿਆਰੀ ਲੱਭ ਪਈ। ਪਰ ਮੈਨੂੰ ਉਸਦੀ ਸੇਵਾ ਕਰਨ ਦਾ ਸਮਾਂ ਹੱਥ ਲੱਗੇਗਾ। ਦੂਸਰੇ ਦਿਨ ਫਾਤਮਾ ਪਾਤਸ਼ਾਹੀ ਮਹਿਲਾਂ ਨੂੰ ਸੱਦੀ ਗਈ। ਉੱਥੇ ਜਾ ਕੇ ਉਹ ਫੜੀ ਹੋਈ ਕੁੜੀ ਉਸਦੇ ਸਾਹਮਣੇ ਆਂਦੀ ਗਈ। ਫਾਤਮਾ ਦਾ ਦਿਲ ਸ਼ੌਕ ਨਾਲ ਧੱਕ ਧੱਕ ਕਰ ਰਿਹਾ ਸੀ, ਪਰ ਸ਼ੌਕ ਦੇਖਦੇ ਸਾਰ ਹੀ ਸਾਰਾ ਦੂਰ ਹੋ ਗਿਆ। ਉਹ ਕੋਈ ਹੋਰ ਦੁਖਿਆਰਨ ਸੀ, ਸਤਵੰਤ ਕੌਰ ਨਹੀਂ ਸੀ। ਫਾਤਮਾ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ ਔਰ ਦਿਲ ਵਿੱਚ ਵੀ ਨਿਰਾਸ਼ ਹੋ ਗਈ। ਫਿਰ ਕੁਝ ਸ਼ੱਕ ਫੁਰਿਆ ਤਾਂ ਦੋ ਚਾਰ ਗੱਲਾਂ ਉਸ ਨਾਲ ਕੀਤੀਆਂ, ਪਰ ਉਹ ਕੋਈ ਹੋਰ ਹੀ ਨਿਕਲੀ। ਜਦ ਉਸਨੇ ਕਹਿ ਦਿੱਤਾ ਕਿ ਇਹ ਉਹ ਕੁੜੀ ਨਹੀਂ ਹੈ, ਤਦ ਉਹ ਦਰੋਗੇ ਪਾਸ ਫਿਰ ਭੇਜੀ ਗਈ। ਪਾਤਸ਼ਾਹ ਦੀ ਤਸੱਲੀ ਹੋ ਗਈ ਔਰ ਉਸ ਕੁੜੀ ਨੂੰ ਛੱਡ ਦੇਣੇ ਦਾ ਹੁਕਮ ਹੋਇਆ। ਪਰ ਰਾਸ਼ੇ ਪਠਾਨ ਕੁਟਵਾਲ ਨੂੰ, ਜਿਸ ਨੇ ਉਸਨੂੰ ਫੜਿਆ ਸੀ, ਕ੍ਰੋਧ ਆ ਗਿਆ ਕਿ ਕਮਬਖ਼ਤ ਨੇ ਮੇਰੀ ਮਿਹਨਤ ਹੀ ਔਤ ਕੀਤੀ। ਇਹ ਰੋਹ ਵਿੱਚ ਬੰਦੂਕ ਦੇ ਕੁੰਦੇ ਨਾਲ ਹੁੱਜ ਦਿੱਤੀ। ਉਹ ਵਿਚਾਰੀ ਫਾਕਿਆਂ ਦੀ ਮਾਰੀ ਬੇਨਸੀਬ ਹਿੰਦੁਸਤਾਨ ਦੀ ਕੈਦਨ ਦੁੱਖਾਂ ਤੋਂ ਨਿਰਬਲ ਹੋਈ ਡਿੱਗ ਪਈ ਔਰ ਰਿੜਦੀ ਰਿੜਦੀ ਹੇਠ ਜਾ ਪਈ। ਸਿਰ ਪਾਟ ਗਿਆ ਔਰ ਡੌਰ ਉੰਡਤ ਹੋ ਗਿਆ। ਉਹਨਾਂ ਦੁੱਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ ਕਿ ਇਸ ਬੇਤਰਸੀ ਨਾਲ ਤੁਰਕ ਪਠਾਨ ਹਾਕਮ ਲੋਕ ਉਹਨਾਂ ਨਾਲ ਵਰਤਾਓ ਕਰਦੇ ਸਨ। ਹਿੰਦੂ ਨੂੰ ਤਾਂ ਬਸ ਪਸ਼ੂ ਤੁਲ ਵੀ ਨਹੀਂ ਜਾਣਦੇ ਸਨ। ਜੀ ਆਇਆ ਮਾਰ ਸਿੱਟਿਆ, ਜੀ ਆਇਆ ਦਾਸ ਬਣਾ ਲਿਆ, ਜੀ ਆਇਆ ਕਰੜੇ ਕੰਮੀ ਜੇ ਲਾ ਲਿਆ, ਪਸ਼ੂਆਂ ਵਾਂਗ ਵੇਚ ਛੱਡਿਆ। ਐਸੇ ਜ਼ਾਲਮ ਵਿਦੇਸ਼ੀ ਪਾਤਸ਼ਾਹ ਨਾਲ ਲੜ ਕੇ ਸਿੱਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰ ਕਰਕੇ ਦੇਸ਼ ਨੂੰ ਉਹਨਾਂ ਤੋਂ ਸਾਫ਼ ਕੀਤਾ ਸੀ। ਇੱਕ ਦਿਨ ਦੀ ਗੱਲ ਹੈ ਕਿ ਖਾਂ ਸਾਹਿਬ ਰਾਤ ਕਿਤੇ ਦੌਰੇ ਬਾਹਰ ਗਏ। ਘਰ ਦੇ ਨੌਕਰ ਚਾਕਰ ਸਭ ਸੌਂ ਗਏ। ਫਾਤਮਾ ਆਪਣੇ ਕਮਰੇ ਵਿੱਚ ਲੰਮੀ ਪਈ ਹੋਈ ਸੀ। ਪਹਿਲੇ ਤਾਂ ਨੀਂਦ ਨੇ ਦਰਸ਼ਨ ਨਾ ਦਿੱਤਾ, ਪਰ ਜਦ ਛਿੱਕੜ ਆਈ ਹੀ ਤਾਂ ਫਾਤਮਾ ਐਸੀ ਗੁੱਟ ਹੋ ਗਈ ਕਿ ਉਸਨੂੰ ਨੀਂਦ ਆਈ ਦੀ ਖਬਰ ਹੀ ਨਾ ਰਹੀ। ਨੀਂਦ ਨੇ ਆ ਕੇ ਉਸਨੂੰ ਥਾਪੜਿਆ, ਅੱਖਾਂ ਦੇ ਛੱਪਰ ਮੇਲ ਦਿੱਤੇ, ਝੋਲੀ ਵਿੱਚ ਪਾ ਕੇ ਸੁਆਲ ਲਿਆ। ਸੁੱਤੀ ਪਈ ਕੀ ਦੇਖਦੀ ਹੈ ਕਿ ਮੈਨੂੰ ਨੀਂਦਰ ਨਹੀਂ ਪੈਂਦੀ ਤੇ ਘਾਬਰ ਕੇ ਸਿਰ ਪਟਕਦੀ ਹੈ। ਫਿਰ ਰੋਂਦੀ ਹੈ ਤਾਂ ਕਹਿੰਦੀ ਹੈ ਕਿ ਹੇ ਸਤਵੰਤ ਕੌਰ, ਤੂੰ ਕੂਕਰ ਐਡੀ ਨਿਰਮੋਹੀ ਹੋ ਗਈ, ਤੂੰ ਤਾਂ ਮੇਰੀ ਨੀਂਦਰ ਤੇ ਭੁੱਖ ਵੀ ਨਾਲ ਲੈ ਗਈ। ਇਹ ਕਹਿੰਦੀ ਕਹਿੰਦੀ ਰੋ ਪਈ। ਰੋਂਦੀ ਰੋਂਦੀ ਦੀ ਹੀ ਕੀ ਦੇਖਦੀ ਹੈ ਕਿ ਚੰਦ ਦੀ ਚਾਂਦਨੀ ਇਕੱਠੀ ਹੁੰਦੀ ਜਾਂਦੀ ਹੈ ਔਰ ਇੱਕ ਪੁਤਲਾ ਜਿਹਾ ਬਣਾਈ ਜਾਂਦੀ ਹੈ। ਸਹਿਜੇ ਸਹਿਜੇ ਕੀ ਹੋਇਆ ਕਿ ਉਹ ਚਾਂਦਨੀ ਤੀਵੀਂ ਬਣ ਗਈ ਔਰ ਅੰਤ ਫਾਤਮਾ ਨੇ ਕੀ ਪਛਾਣਿਆ ਕਿ ਉਹ ਤਾਂ ਸਤਵੰਤ ਕੌਰ ਹੈ। ਸਤਵੰਤ ਕੌਰ ਨੇ ਆ ਕੇ ਮੋਢਾ ਹਿਲਾਇਆ
ਜਾਂ ਹਿਲਾਇਆ ਤਾਂ ਫਾਤਮਾ ਜਾਗ ਪਈ, ਸੱਚਮੁੱਚ ਜਾਗ ਪਈ ਤੇ ਕੀ ਦੇਖਦੀ ਹੈ ਕਿ ਸੱਚਮੁੱਚ ਹੀ ਸਤਵੰਤ ਕੌਰ ਸਿਰਹਾਣੇ ਬੈਠੀ ਹੈ। ਉਹ ਹੱਕੀ ਬੱਕੀ ਰਹਿ ਗਈ। ਚਾਰ ਚਫੇਰੇ ਤੱਕੇ, ਦੀਵੇ ਨੂੰ ਦੇਖੇ, ਆਪਣੇ ਹੱਥਾਂ ਪੈਰਾਂ ਨੂੰ ਵੇਖੇ ਕਿ ਸੁਪਨਾ ਹੈ ਕਿ ਸਾਮਰ ਤੱਕ ਹੈ। ਕਦੀ ਡੌਰ ਡੌਰੀ ਹੋ ਕੇ ਅੱਖਾਂ ਮੀਟ ਲਵੇ। ਛੇਕੜ ਸਤਵੰਤ ਕੌਰ ਨੇ ਕਿਹਾ, ਫਾਤਮਾ ਘਬਰਾ ਨਹੀਂ, ਤੂੰ ਸੁਪਨਾ ਨਹੀਂ ਦੇਖਦੀ, ਜਾਗਦੀ ਹੈ ਔਰ ਮੈਂ ਸੁਪਨੇ ਦੀ ਦੇਵੀ ਨਹੀਂ, ਸਤਵੰਤ ਕੌਰ ਤੇਰੇ ਕੋਲ ਬੈਠੀ ਹੈ। ਹੁਣ ਤਾਂ ਬੇਵਸ ਹੋ ਕੇ ਫਾਤਮਾ ਨੇ ਜੱਫੀ ਪਾ ਲਈ ਔਰ ਦੋਵੇਂ ਜਾਣੀਆਂ ਇੱਕ ਦੂਜੇ ਨੂੰ ਚੰਬੜ ਗਈਆਂ। ਐਨੇ ਚਿਰ ਮਗਰੋਂ ਅਚਾਨਕ ਸਤਵੰਤ ਕੌਰ ਦਾ ਫਾਤਮਾ ਨੂੰ ਮਿਲ ਪੈਣਾ ਇੱਕ ਭਾਰੀ ਅਚੰਭਾ ਸੀ। ਉਹ ਅਚਰਜ ਸੀ ਕਿ ਉਹ ਕਿੱਥੇ ਰਹੀ, ਕਿੱਥੇ ਆਈ, ਉਹ ਕਿੱਥੋਂ ਆਈ ਔਰ ਕੀ ਕਾਰਨ ਉਸ ਨੂੰ ਖਿੱਚ ਕੇ ਲਿਆਇਆ। ਪਰ ਸਤਵੰਤ ਕੌਰ ਨੇ ਉਹਦੀ ਪਹਿਲੀ ਹਰਿਆਣੀ ਦੇ ਉੱਡ ਜਾਣ ਦੇ ਮਗਰੋਂ ਹਿੱਤ ਪਿਆਰ ਦੀ ਪੋਥੀ ਨਹੀਂ ਖੋਲ੍ਹੀ। ਕੇਵਲ ਇੰਨੀ ਗੱਲ ਹੀ ਕਹੀ ਕਿ ਉਸ ਰਸਤਿਓਂ ਬਾਹਰ ਕਿਸੇ ਕੰਮ ਗਈ ਸਾਂ ਔਰ ਆਪਣੇ ਵਤਨ ਪਹੁੰਚਣੇ ਦੇ ਫਿਕਰ ਵਿੱਚ ਸਾਂ ਕਿ ਤੁਹਾਡੇ ਘਰ ਵਿੱਚ ਮੁਸੀਬਤ ਪਹੁੰਚਦੀ ਵੇਖ ਕੇ ਜਿੰਦ ਹੁਲਕੇ ਔਰ ਬੜੀ ਮੁਸ਼ਕਲ ਨਾਲ ਉਹ ਪੁਰਾਣਾ ਰਸਤਾ ਲੱਭ ਕੇ ਸੁਰੰਗ ਦੇ ਰਸਤੇ ਥਾਣੀ ਫਿਰ ਆਈ ਹਾਂ। ਲੈ ਹੁਣ ਤਕੜੀ ਹੋ, ਸੋਚਾਂ ਦਾ ਵੇਲਾ ਨਹੀਂ, ਕੁਝ ਕਰਨੇ ਦਾ ਵੇਲਾ ਹੈ। ਤੇਰੀ ਸੌਂਕਣ ਇੱਕ ਡਾਕੂ ਦੇ ਨਾਲ ਰਲ ਗਈ ਹੈ ਔਰ ਅੱਜ ਰਾਤ ਨੂੰ ਤੇਰੇ ਪਤੀ ਦੇ ਨਾ ਹੋਣ ਕਰਕੇ ਤੇਰੇ ਘਰ ਲੁੱਟਣੇ ਔਰ ਤੈਨੂੰ ਬਦੋ ਬਦੀ ਚੁੱਕ ਲਿਜਾਣੇ ਦਾ ਬਾਨਣ ਵੱਜ ਗਿਆ ਹੈ। ਜਿਸ ਵੇਲੇ ਅੱਧੀ ਰਾਤ ਦੇ ਮਗਰੋਂ ਪੰਜਵੀਂ ਘੜੀ ਵੱਜੇਗੀ, ਅਚਾਨਕ ਤੇਰੀ ਗੋਲੀ ਹਸਨਾ ਬੂਹਾ ਖੋਲ ਦੇਵੇਗੀ। ਚੋਰ ਅੰਦਰ ਆ ਜਾਣਗੇ ਔਰ ਘਰ ਲੁੱਟ ਕੇ ਤੈਨੂੰ ਚੁੱਕ ਕੇ ਲੈ ਜਾਣਗੇ ਔਰ ਕੰਨੋਂ ਸੰਨੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ, ਕਿਉਂਕਿ ਤੈਨੂੰ ਲੈ ਕੇ ਉਹਨਾਂ ਸ਼ਹਿਰ ਦੇ ਵਿੱਚ ਹੀ ਸੌਂਕਣ ਤੇਰੀ ਦੇ ਘਰ ਗੁੰਮ ਹੋ ਜਾਣਾ ਹੈ ਔਰ ਉੱਥੇ ਫਿਰ ਸਹਿਜ ਨਾਲ ਨਿਕਲ ਕੇ ਹੋਰ ਰਾਹ ਫੜਨਗੇ। ਫਾਤਮਾ ਘਾਬਰੀ ਡੋਲੀ ਡਰੀ ਤੇ ਚੱਕਰ ਜਿਹਾ ਖਾ ਕੇ ਭਚਕ ਰਹਿ ਗਈ। ਪਰ ਦਲੇਰ ਸਤਵੰਤ ਕੌਰ ਨੇ ਪਿਆਰ ਨਾਲ ਚੁੰਡੀ ਵੱਢ ਕੇ ਕਿਹਾ, ਤਕੜੀ ਹੋ, ਪਠਾਣੀ ਹੋ ਕੇ ਐਸੇ ਤਰ੍ਹਾਂ ਹਿਰਾਸੀ, ਉੱਠ ਛੇਤੀ ਕਰ ਔਰ ਉਸ ਗੋਲੀ ਨੂੰ ਗੁਪਤ ਕੋਠੜੀ ਵਿੱਚ ਲਿਜਾ ਕੇ ਬਿਠਾ ਦੇ ਔਰ ਬੂਹਾ ਮਾਰ ਦੇ। ਫਿਰ ਜਿਲਾਨੀ ਨੌਕਰ ਨੂੰ ਗਾ ਕੇ ਕਤਵਾਲੀ ਭੇਜ ਕੇ ਉੱਥੋਂ 10 ਐਦੀਏ ਆ ਜਾਣ ਔਰ ਰਾਤ ਭਰ ਮਕਾਨ ਉੱਤੇ ਪਹਿਰਾ ਦੇਣ। ਕੁਤਵਾਲ ਭਾਵੇਂ ਤੇਰੇ ਪਤੀ ਦਾ ਮੇਲੀ ਹੈ, ਪਰ 50 ਕੁ ਰੁਪਏ ਨਾਲ ਭੇਜ ਦੇਵੇ ਤਾਂ ਛੇਤੀ ਕੰਮ ਕਰੇਗਾ। ਪਰ ਠਹਿਰ ਜਰਾ, ਦਮ ਲੈ, ਅੱਛਾ ਜਾ, ਪਹਿਲੇ ਹਸਨਾ ਨੂੰ ਕਾਬੂ ਕਰ, ਫਿਰ ਮੈਂ ਕੁਝ ਹੋਰ ਸੋਚਦੀ ਹਾਂ। ਫਾਤਮਾ ਗਈ, ਹਸਨਾ ਨੂੰ ਜਗਾਇਆ। ਉਹ ਸੁੱਤੀ ਹੋਈ ਤਾਂ ਸੀ ਹੀ ਨਹੀਂ, ਘੜੀਆਂ ਗਿਣ ਰਹੀ ਸੀ, ਪਰ ਮਛਲੀ ਜਿਹੀ ਹੋ ਕੇ ਜਾਗੀ। ਫਾਤਮਾ ਨੇ ਕਿਹਾ, ਹਸਨਾ ਤੂੰ ਅੱਜ ਬੜੀ ਛੇਤੀ ਸੌਂ ਗਈ ਹੈ, ਦੁੱਧ ਨਹੀਂ ਰੱਖ ਆਈ? ਕਾਕਾ ਰੋਂਦਾ ਤੇ ਦੁੱਧ ਮੰਗਦਾ ਹੈ। ਹਸਨਾ ਉੱਠੀ, ਦੇਖੇ ਤਾਂ ਦੁੱਧ ਦਾ ਗਲਾਸ ਬਾਵਰਚੀ ਖਾਨੇ ਹੀ ਪਿਆ ਹੈ। ਸੱਚਮੁੱਚ ਆਪਣੇ ਪਾਪਾਂ ਦੀ ਧੁਨ ਵਿੱਚ ਦੁੱਧ ਭੁੱਲ ਗਈ ਸੀ। ਸੁਆਣੀ ਦੇ ਕਹੇ ਦੁੱਧ ਦਾ ਛੰਨਾ ਚੁੱਕ ਕੇ ਮਗਰ ਹੋ ਤੁਰੀ। ਫਾਤਮਾ ਉਸ ਨੂੰ ਇੱਕ ਗੁਪਤ ਕੋਠੜੀ ਵੱਲ ਲੈ ਗਈ ਔਰ ਬੋਲੀ, ਦੁੱਧ ਮੈਨੂੰ ਫੜਾ ਦੇ, ਤੇ 2 ਪੌੜੀਆਂ ਹੇਠਾਂ ਉਤਰ ਕੇ ਹੇਠਲੇ ਚੁਬਚੇ ਵਿੱਚੋਂ ਗਹਿਣੇ ਦੀ ਡੱਬੀ ਚੁੱਕ ਲਿਆ। ਮੈਂ ਸਿਰਹਾਣੇ ਰੱਖ ਕੇ ਸੋਵਾਂਗੀ, ਅੱਜ ਘਰ ਇਕੱਲਾ ਹੈ। ਕਾਲੀ ਕਾਲੀ ਹਸਨਾ ਹੇਠ ਉਤਰੀ। ਫਾਤਮਾ ਅਜੇ ਤੱਕਦੀ ਹੀ ਸੀ ਕਿ ਸਤਵੰਤ ਆ ਪਹੁੰਚੀ ਔਰ ਉਸਨੇ ਚੁਬੱਚੇ ਦਾ ਲੋਹੇ ਦਾ ਬੂਹਾ ਉੱਤੇ ਸੁੱਟ ਕੇ ਜੜ ਦਿੱਤਾ ਔਰ ਆਪ ਓਹਲੇ ਹੋ ਗਈ। ਹਸਨਾ ਨੇ ਸਤਵੰਤ ਨਹੀਂ ਦੇਖੀ, ਪਰ ਹਸਨਾ ਨੇ ਅਚਾਨਕ ਆਪਣੇ ਆਪ ਨੂੰ ਕੈਦੀ ਪਾਇਆ। ਫਾਤਮਾ ਬੋਲੀ, ਹਸਨਾ ਨਮਕ ਹਰਾਮੀ ਦਾ ਆਨੰਦ ਇੱਥੇ ਬੈਠ ਕੇ ਤੂੰ ਤਾਂ ਭੋਗ ਤੇ ਬਾਕੀਆਂ ਦਾ ਬੰਦੋਬਸਤ ਮੈਂ ਹੁਣ ਕਰਦੀ ਹਾਂ। ਉੱਧਰੋਂ ਆ ਕੇ ਸਤਵੰਤ ਨੇ ਫਾਤਮਾ ਨੂੰ ਕਿਹਾ ਕਿ ਕੋਤਵਾਲ ਨੂੰ ਖਬਰ ਕਰਨੀ ਚੰਗੀ ਨਹੀਂ। ਮੈਨੂੰ ਸ਼ੱਕ ਹੁੰਦਾ ਹੈ ਕਿ ਡਾਕੂ ਇਹਦੀਆਂ ਸਿਪਾਹੀਆਂ ਨਾਲ ਰਲੇ ਹੋਏ ਹਨ। ਉਹਨਾਂ ਦੀ ਮਦਦ ਲੈਣੀ ਠੀਕ ਨਹੀਂ ਤੇ ਘਰ ਦੇ ਹੋਰ ਨੌਕਰਾਂ ਨੂੰ ਜਗਾ ਲੈਣਾ ਚਾਹੀਦਾ ਹੈ। ਕੋਈ ਐਸਾ ਤਾਂ ਨਹੀਂ ਕਿ ਜਿਸ ਪਰ ਸ਼ੱਕ ਹੋਵੇ? ਫਾਤਮਾ ਨੇ ਦੱਸਿਆ ਕਿ ਇਹਨਾਂ ਵਿੱਚ ਤਾਂ ਐਸਾ ਕੋਈ ਨਹੀਂ ਹੈ, ਪਰ ਜ਼ਿਕਰ ਤੁਸੀਂ ਕਹੋ। ਸਤਵੰਤ ਆਪ ਸਭਨਾਂ ਨੂੰ ਜਾਣਦੀ ਸੀ, ਪਰ ਉਹਨਾਂ ਦੀ ਇਮਾਨਦਾਰੀ ਪਰ ਭਰੋਸਾ ਰੱਖਦੀ ਸੀ। ਇਸ ਲਈ ਇਹ ਸਲਾਹ ਦਿੱਤੀ ਕਿ ਉਹਨਾਂ ਨੂੰ ਜਗਾ ਦੇ ਔਰ ਕਹਿ ਸਾਰੇ ਉੱਠ ਕੇ ਕੰਮ ਧੰਦੇ ਲੱਗ ਪੈਣ, ਦੀਵੇ ਬਾਲ ਦੇਣ ਔਰ ਗੱਲਾਂ ਬਾਤਾਂ ਕਰਨ ਤੇ ਭਾਂਡਿਆਂ ਦਾ ਖੜਾਕ ਰੱਖਣ ਤੇ ਭੇਤ ਉਹਨਾਂ ਨੂੰ ਵੀ ਨਾ ਦੱਸੀ। ਕੇਵਲ ਇੰਨੀ ਗੱਲ ਆਖ ਕਿ ਮੇਰਾ ਜੀ ਡਰਦਾ ਹੈ, ਤੁਸੀਂ ਘਰ ਵਿੱਚ ਰੌਣਕ ਰੱਖੋ, ਚਾਨਣਾ ਕਰ ਦਿਓ, ਚਹਿਲ ਪਹਿਲ ਬਣੀ ਰਹੇ। ਬਾਹਰਲੇ ਦੋਹਾਂ ਬੂਹਿਆਂ ਨੂੰ ਪਹਿਲਾਂ ਅੰਦਰੋਂ ਜੰਦਰੇ ਮਾਰ ਲੈ ਤੇ ਮੈਨੂੰ ਹਥਿਆਰਾਂ ਵਾਲੇ ਅੰਦਰ ਜਾਣ ਦੇ। ਤੂੰ ਕਿਸੇ ਗੋਲੀ ਨੂੰ ਨਾਲ ਲੈ ਕੇ ਬੈਠੀ ਗੱਲੀ ਬਾਤੀ ਕਰਦੀ ਰਹਿ। ਜੇ ਦਿਲ ਉਦਾਸ ਹੋਵੇ ਉਸ ਵੇਲੇ ਬਹਾਨੇ ਨਾਲ ਮੇਰੇ ਵੱਲ ਆ ਜਾਵੀਂ। ਜੇ ਮੈਨੂੰ ਲੋੜ ਹੋਈ
ਤਦ ਮੈਂ ਅੰਦਰੋਂ ਚੂਹੇ ਦੇ ਕੁਤਰਨ ਵਰਗਾ ਖੜਕਾ ਕਰੂੰ, ਤੂੰ ਚੁਪਾਤੇ ਮੇਰੇ ਅੰਦਰ ਆ ਵੜੀ। ਇੰਨੇ ਚਿਰ ਵਿੱਚ ਮੈਂ ਕੋਈ ਬੰਦੂਕ ਤਿਆਰ ਕਰ ਲਵਾਂਗੀ। ਸੋ ਸਤਵੰਤ ਕੌਰ ਦੇ ਕਹੇ ਮੁਤਾਬਕ ਫਾਤਮਾ ਨੇ ਕੀਤਾ। ਨੌਕਰ ਇਸ ਭੋਲੀ ਭਾਲੀ ਸੁਆਣੀ ਪਰ ਖੁਸ਼ ਸਨ। ਉਹਨਾਂ ਨੂੰ ਸੰਸਾ ਵੀ ਨਾ ਪਿਆ ਕਿ ਕੋਈ ਮਾੜੀ ਗੱਲ ਹੋਈ ਜਾਂ ਹੋਣ ਵਾਲੀ ਹੈ। ਸੁਆਣੀ ਦਾ ਹੁਕਮ ਪਾ ਕੇ ਸਾਰੇ ਉੱਠ ਬੈਠੇ, ਦੀਵੇ ਜਗ ਗਏ ਔਰ ਘਰ ਵਿੱਚ ਗਹਿਮਾ ਗਹਿਮੀ ਹੋ ਗਈ। ਗੱਲਾਂ ਬਾਤਾਂ ਤੇ ਹੋਰ ਰੌਣਕ ਦੇ ਕਾਰਨ ਇਉਂ ਪ੍ਰਤੀਤ ਦੇਵੇ ਕਿ ਅਜੇ ਰਾਤ ਦੇ ਕੰਮੋਂ ਵਿਹਲੇ ਹੀ ਨਹੀਂ ਹੋਏ। ਇਸ ਪ੍ਰਕਾਰ ਜਦ ਅੱਧੀ ਰਾਤ ਟੱਪੀ ਤਾਂ ਡਾਕੂ ਬਾਹਰ ਆਏ। ਉਹ ਸਾਰੇ ਘਰ ਨੂੰ ਜਾਗਦਿਆਂ ਮਾਲੂਮ ਕਰਕੇ ਬਹੁਤ ਅਚੰਭਾ ਹੋਏ। ਲੱਗੇ ਉਡੀਕ ਕਰਨ ਕਿ ਹੁਣ ਸੌਂਦੇ ਹਨ, ਪਰ ਉੱਥੇ ਸੌਂਦਾ ਕੌਣ। ਉਹ ਬਾਹਰ ਖੜੇ ਅੱਕ ਗਏ ਕਿ ਹਸਨਾ ਨੇ ਸਾਡੇ ਨਾਲ ਧਰੋਹ ਕੀਤਾ, ਜਾਂ ਖਾਨ ਸਾਹਿਬ ਮੁੜ ਆਏ, ਜਾਂ ਸਾਡੀ ਖਬਰ ਹੋ ਗਈ। ਪਰ ਕੁਝ ਵੀ ਹੋਵੇ, ਇੰਨਾ ਤਾਂ ਜ਼ਰੂਰ ਸੀ ਕਿ ਹਸਨਾ ਕਿਸੇ ਬਹਾਨੇ ਬਾਹਰ ਆ ਕੇ ਸਾਨੂੰ ਪਤਾ ਤਾਂ ਦੇ ਜਾਂਦੀ। ਹਸਨਾ ਨਾਲ ਉਹਨਾਂ ਨੇ ਆਪਣੇ ਆਉਣੇ ਦੀ ਖਬਰ ਦੇਣ ਦਾ ਇਹ ਢੰਗ ਨਿਯਤ ਕੀਤਾ ਸੀ ਕਿ ਅਸੀਂ ਉੱਲੂ ਬੋਲੀ ਬੋਲਾਂਗੇ। ਸੋ ਵਿਚਾਰੇ ਕਈ ਵੇਰੀ ਉੱਲੂ ਬੋਲੀ ਬੋਲ ਚੁੱਕੇ। ਲੋਹੇ ਦੇ ਜੰਗਲੇ ਵਿੱਚ ਬੈਠੀ ਹਸਨਾ ਉੱਲੂਆਂ ਦੀਆਂ ਆਵਾਜ਼ਾਂ ਕਿੱਥੋਂ ਸੁਣਦੀ। ਪਰ ਘੜੀ ਮੁੜੀ ਇਹ ਭਿਆਨਕ ਸ਼ਬਦ ਸੁਣ ਕੇ ਫਾਤਮਾ ਦਾ ਕਲੇਜਾ ਬੈਠਦਾ ਜਾਂਦਾ ਸੀ। ਅੰਤ ਘਾਬਰ ਕੇ ਸਤਵੰਤ ਦੇ ਕਮਰੇ ਗਈ। ਕੀ ਦੇਖਦੀ ਹੈ ਕਿ ਉਹ ਬਾਹਰ ਰੁੱਖੇ ਇੱਕ ਨਿੱਕੇ ਕਮਰੇ ਵੱਲ ਲੁਕੀ ਬੈਠੀ ਹੈ ਤੇ ਝਰਨੇ ਵਿੱਚ ਇੱਕ ਬੰਦੂਕ ਦਾ ਮੂੰਹ ਰੱਖ ਕੇ ਤਾਂ ਟੇਕ ਲਾਈ ਤੱਕਦੀ ਹੈ। ਫਾਤਮਾ ਨੇ ਕਿਹਾ, ਕੀ ਦੇਖਦੇ ਹੋ? ਸਤਵੰਤ ਕੌਰ ਬੋਲੀ, ਕੁਝ ਨਹੀਂ, ਤੁਹਾਡੇ ਡਾਕੂਆਂ ਦੇ ਕਰਤੱਵ ਦੇਖ ਰਹੀ ਹਾਂ। ਫਾਤਮਾ ਨੇ ਬੜੇ ਸ਼ੌਂਕ ਨਾਲ ਝਰਨੇ ਵਿੱਚ ਮੂੰਹ ਕਰਕੇ ਬਾਹਰ ਡਿੱਠਾ ਤਾਂ ਹਨੇਰੇ ਵਿੱਚ 5-6 ਦੇਊ ਵਰਗੇ ਜਵਾਨ ਡਿੱਠੇ ਔਰ ਡਰ ਖਾ ਕੇ ਪਿੱਛੇ ਹਟ ਗਈ। ਸਤਵੰਤ ਕੌਰ ਨੇ ਕਿਹਾ, ਬੀਬੀ ਜੀ, ਤੁਸੀਂ ਅਰਮਾਨ ਨਾਲ ਆਪਣੀ ਥਾਂ ਜਾ ਬੈਠੋ। ਮੈਂ ਇੱਥੇ ਮੋਰਚਾ ਲਾਈ ਬੈਠੀ ਹਾਂ। ਜੇ ਇਹਨਾਂ ਡਾਕੂਆਂ ਨੇ ਰਤਾ ਵੀ ਹਲਚਲ ਕੀਤੀ ਤਾਂ ਗੋਲੀ ਸਰ ਕਰ ਦਿਆਂਗੀ। ਤੁਹਾਡੇ ਅੰਦਰ 6 ਬੰਦੂਕਾਂ ਸਨ, ਮੈਂ 6 ਭਰ ਰੱਖੀਆਂ ਹਨ। ਸੋਈ ਇਹ 5-7 ਆਦਮੀ ਹਨ, ਇਹਨਾਂ ਦਾ ਕੰਮ ਕਰ ਲਵਾਂਗੀ। ਸਤਵੰਤ ਕੌਰ ਦੀ ਬਹਾਦਰੀ ਤੇ ਹੌਸਲਾ ਦੇਖ ਕੇ ਫਾਤਮਾ ਦਿਲ ਹੀ ਦਿਲ ਵਿੱਚ ਅਚੰਭਾ ਹੋ ਰਹੀ ਸੀ ਕਿ ਐਸੀ ਦਿਲ ਵਾਲੀ ਲੜਕੀ ਕੈਦ ਕਿੱਕਰ ਹੋ ਗਈ ਔਰ ਕਿੱਥੇ ਕਿੱਕਰ ਆ ਕੇ ਬਲਦਾਂ ਵਾਂਗ ਵਿਕੀ। ਇਹ ਤਾਂ ਕਿਤੇ ਰਾਣੀ ਹੋਣੀ ਚਾਹੀਦੀ ਸੀ। ਐਸੀ ਨਿਡਰ ਅਰ ਸਾਹਸ ਵਾਲੀ ਹੈ। ਮੇਰੇ ਤਾਂ ਹੱਥਾਂ ਦੇ ਤੋਤੇ ਉੱਡਦੇ ਤੇ ਪੈਰਾਂ ਦੀ ਮਿੱਟੀ ਨਿਕਲਦੀ ਜਾਂਦੀ ਹੈ। ਪਰ ਇਹ ਤੋਪਖਾਨਾ ਬੜੀ ਬੈਠੀ ਹੈ। ਮੇਰੇ ਘਰ ਸਭ ਕੁਝ ਹੈ, ਪਰ ਮੇਰੀ ਥੁੜ ਦਿਲੀ ਮੈਨੂੰ ਕੁਝ ਨਹੀਂ ਕਰਨ ਦਿੰਦੀ। ਇਹੋ ਜਿਹੀਆਂ ਸੋਚਾਂ ਸੋਚਦੀ ਫਾਤਮਾ ਗੋਲੀਆਂ ਵਿੱਚ ਜਾ ਬੈਠੀ। ਉਧਰ ਜਦ ਡਾਕੂ ਅੱਕ ਗਏ ਤਦ ਇਹ ਸਲਾਹ ਕੀਤੀ ਕਿ ਬੂਹਾ ਭੰਨ ਕੇ ਅੰਦਰ ਵੜ ਚੱਲੋ, ਕਿਉਂਕਿ ਇਸ ਵੇਲੇ ਦੇ ਡਾਕੂ ਹੋਰ ਆ ਮਿਲੇ ਸਨ ਜੋ ਇਸ ਗੱਲ ਦੀ ਪੱਕੀ ਖਬਰ ਲੈ ਆਏ ਸਨ ਕਿ ਖਾਂ ਸਾਹਿਬ ਅਜੇ ਬਾਹਰ ਦੌਰੇ ਪਰ ਹੀ ਹਨ। ਜਦ ਉਹਨਾਂ ਨੇ ਬੂਹੇ ਨੂੰ ਹੁੱਜ ਦਿੱਤੀ ਤਦ ਫਾਤਮਾ ਡਰੀ ਕਿ ਬਸ ਹੁਣ ਆ ਵੜੇ। ਮੈਂ ਕੀ ਕਰਾਂਗੀ? ਨੌਕਰ ਵੀ ਸਾਰੇ ਕੋਈ ਬੂਹੇ ਵੱਲ ਕੋਈ ਸੁਆਣੀ ਵੱਲ ਦੌੜੇ, ਪਰ ਘਰ ਦੇ ਕਿਲੇ ਵਿੱਚ ਡਟੀ ਬੈਠੀ ਸਤਵੰਤ ਨੇ ਝਰਨੇ ਵਿੱਚੋਂ ਹੀ ਫਾਰਸੀ ਬੋਲੀ ਤੇ ਅਫਗਾਨੀ ਲਹਿਜੇ ਵਿੱਚ ਲਲਕਾਰਾ ਦਿੱਤਾ, ਕਿਉਂ ਮੌਤ ਦੇ ਮੂੰਹ ਛਾਲ ਮਾਰਦੇ ਹੋ? ਇਹ ਆਵਾਜ਼ ਸੁਣ ਕੇ ਡਾਕੂ ਡਰਨ ਦੀ ਥਾਂ ਭੂਏ ਹੋ ਗਏ ਔਰ ਇੱਕੋ ਵਾਰ ਹਮਲਾ ਕਰਕੇ ਬੂਹੇ ਨੂੰ ਪਏ। ਉਧਰੋਂ ਉਹ ਬੂਹੇ ਨੂੰ ਪਏ, ਇੱਧਰੋਂ ਸਤਵੰਤ ਕੌਰ ਦੀ ਬੰਦੂਕ ਸਰ ਹੋਈ ਔਰ ਗੋਲੀ ਠਾਹ ਕਰਦੀ ਇੱਕ ਡਾਕੂ ਦੀ ਲੱਤ ਤੇ ਵੱਜੀ ਜੋ ਢਹਿ ਪਿਆ। ਬਾਕੀ ਦੇ ਤਰਬਕ ਕੇ ਰਹਿ ਗਏ, ਇੱਧਰ ਉੱਧਰ ਦੇਖਣ ਪਰ ਪਤਾ ਨਾ ਲੱਗੇ। ਹੁਣ ਉਹਨਾਂ ਨੇ ਰੋਸ਼ਨੀ ਕਰ ਲਈ, ਕਿਉਂਕਿ ਕੋਤਵਾਲ ਨਾਲ ਮਿਲੇ ਹੋਏ ਹੋਣੇ ਕਰਕੇ ਉਹਨਾਂ ਦਾ ਡਰ ਭੈ ਦੂਰ ਹੋ ਚੁੱਕਾ ਸੀ। ਪਰ ਉਹਨਾਂ ਨੂੰ ਅਚੰਭਾ ਇਹ ਹੋ ਰਿਹਾ ਸੀ ਕਿ ਗੋਲੀ ਕਿੱਧਰੋਂ ਆ ਵੱਜੀ। ਹੁਣ 2 ਜਣੇ ਤਾਂ ਬੰਦੂਕਾਂ ਭਰ ਕੇ ਰਾਖੀ ਖੜੋ ਗਏ ਤੇ ਬਾਕੀ ਦੇ ਬੂਹਾ ਭੰਨਣ ਲੱਗੇ। ਪਰ ਫਿਰ ਉੱਪਰੋਂ ਬੰਦੂਕ ਚੱਲੀ ਔਰ ਇੱਕ ਹੋਰ ਦੀ ਬਾਂਹ ਵਿੱਚ ਐਸੀ ਲੱਗੀ ਕਿ ਬਾਂਹ ਨਿਕਾਰੀ ਹੋ ਗਈ। ਹੁਣ ਉਹਨਾਂ ਨੇ ਵੀ ਕੰਧ ਵੱਲ ਬੰਦੂਕ ਸਰ ਕੀਤੀ, ਪਰ ਉਹ ਉੱਪਰ ਨੂੰ ਗਈ। ਇਸ ਵੇਲੇ ਸਤਵੰਤ ਕੌਰ ਕੋਲ ਕੰਬਦੀ ਤੇ ਹਰਾਸੀ ਹੋਈ ਫਾਤਮਾ ਆਈ। ਸਤਵੰਤ ਨੂੰ ਬੀਰ ਰਸ ਵਿੱਚ ਮੱਤੀ ਡਟੀ ਬੈਠੀ ਨੂੰ ਦੇਖ ਕੇ ਕੁਝ ਬੋਲੀ, ਪਰ ਸਤਵੰਤ ਨੇ ਨਾ ਸਮਝਿਆ। ਪਰ ਸਤਵੰਤ ਨੇ ਕਿਹਾ ਕਿ ਨੌਕਰ ਤੇਰੇ ਹੁਣ ਸਮਝ ਤਾਂ ਗਏ ਹਨ ਕਿ ਬਾਹਰ ਡਾਕੂ ਹਨ। ਉਹਨਾਂ ਨੂੰ ਕਹੋ ਦੂਜੇ ਪਾਸੇ ਬਾਵਰਚੀ ਖਾਨੇ ਦੇ ਝਰੋਖੇ ਵਿੱਚੋਂ 2-4 ਤੀਰ ਚਲਾ ਦੇਣ। ਤੀਰ ਕਮਾਨ ਇੱਥੋਂ ਲੈ ਜਾ। ਗੱਲ ਕੀ ਥਿਬਕਦੀ, ਪਰ ਕਾਹਲੀ ਫਾਤਮਾ ਨੇ ਇਹੋ ਕੀਤਾ। ਉਧਰ ਸਤਵੰਤ ਨੇ ਬਾਕੀ 4 ਬੰਦੂਕਾਂ ਉੱਪਰੋਂ ਥੱਲੀ ਸਰ ਕਰ ਦਿੱਤੀਆਂ।
ਉਹ ਉਹਨਾਂ ਦੇ ਵਿੱਚ ਪਈਆਂ ਔਰ ਚੌਹਾਂ ਨੂੰ ਜ਼ਖਮੀ ਕਰ ਗਈਆਂ। ਉਧਰੋਂ ਦੂਜੇ ਪਾਸਿਓਂ 5-4 ਤੀਰ ਕੋਈ ਬੇਨਿਸ਼ਾਨੇ ਤੇ ਕੋਈ ਨਿਸ਼ਾਨੇ ਆ ਡਿੱਗੇ। ਇਸ ਤੋਂ ਡਾਕੂ ਸਮਝ ਗਏ ਕਿ ਅੰਦਰ 10-20 ਆਦਮੀ ਹਨ। ਇੱਕ ਦੋ ਦਾ ਕੰਮ ਨਹੀਂ, ਕਿਉਂਕਿ ਉਸ ਸਮੇਂ ਬੰਦੂਕ ਭਰਨੀ ਤੇ ਛੇਤੀ ਛੇਤੀ ਚਲਾਉਣੀ ਕਠਿਨ ਹੁੰਦੀ ਸੀ। ਨਾਲੇ ਦੇ 2 ਰੁੱਖਾਂ ਤੋਂ 2 ਮਾਰ ਪਈਆਂ। ਇਹ ਦੇਖ ਕੇ ਸੱਟਾਂ ਪੇਟਾਂ ਖਾਂਦੇ ਉੱਠ ਨੱਸੇ। ਹੁਣ ਜਦ ਸਤਵੰਤ ਕੌਰ ਨੇ ਡਾਕੂਆਂ ਨੂੰ ਨਸਾ ਦਿੱਤਾ ਔਰ ਘਰ ਉਹਨਾਂ ਤੋਂ ਬਚਾ ਲਿਆ, ਤਦ ਉਸ ਨੂੰ ਆਪਣੇ ਬਚਾਓ ਦਾ ਖਿਆਲ ਆਇਆ। ਆਪਣੀ ਦੱਸੀ ਹੋਈ ਸੈਨਤ ਨਾਲ ਉਸਨੇ ਫਾਤਮਾ ਨੂੰ ਸੱਦਿਆ ਔਰ ਕਿਹਾ ਕਿ ਹੁਣ ਤੇਰੇ ਘਰ ਰੌਲਾ ਪੈਣ ਵਾਲਾ ਹੈ, ਇਸ ਨੂੰ ਹੁਣ ਤੂੰ ਆਪ ਨਜਿੱਠਣਾ ਹੋਵੇਗਾ। ਮੈਂ ਤੇਰੀ ਉਸੇ ਗੁਪਤ ਕੁਟੀਆ ਵਿੱਚ ਜਾਂਦੀ ਹਾਂ। ਦਿਨ ਵੀ ਆ ਗਿਆ ਹੈ। ਇੱਕ ਆਦਮੀ ਕੋਤਵਾਲੀ ਭੇਜ ਤੇ ਜਦ ਸਿਪਾਹੀ ਆ ਜਾਣ ਤਦ ਇੱਕ ਆਦਮੀ ਨੂੰ ਖਾਂ ਸਾਹਿਬ ਦੇ ਮਗਰ ਭੇਜ ਦੇਈਂ। ਇਸ ਗੱਲ ਦਾ ਨਾ ਲਵੀਂ ਕਿ ਅਸੀਂ ਅੰਦਰ ਕੀ ਕੀਤਾ ਹੈ, ਨਾ ਹਸਨਾ ਦਾ ਨਾਮ ਲਵੀਂ। ਉਸ ਨੂੰ ਜਦ ਤੇਰਾ ਪਤੀ ਆ ਜਾਵੇ ਤਾਂ ਨਜਿੱਠ ਲੈਣਾ। ਜੇ ਕੁਝ ਹੋਰ ਗੱਲ ਪੁੱਛਣੀ ਹੋਈ ਤਾਂ ਆ ਜਾਵੀਂ। ਹੁਣ ਛੇਤੀ ਨਾਲ ਹਥਿਆਰ ਆਪੋ ਆਪਣੀ ਥਾਂ ਤੇ ਸਾਂਭੇ ਗਏ ਔਰ ਬੂਹਾ ਦੇ ਕੇ ਦੋਵੇਂ ਜਣੀਆਂ ਹੇਠ ਉਤਰੀਆਂ। ਸਤਵੰਤ ਕੌਰ ਤਾਂ ਚੁੱਪ ਕੀਤੀ ਆਪਣੀ ਗੁਪਤ ਕੁਟੀ ਵਿੱਚ ਜਾ ਵੜੀ ਤੇ ਉਧਰੋਂ ਫਾਤਮਾ ਨੇ ਇੱਕ ਆਦਮੀ ਕੁਤਵਾਲੀ ਭੇਜਿਆ। ਇੱਕ ਪਲ ਵਿੱਚ ਐਦੀਏ ਆ ਜੁੜੇ। ਕੁਤਵਾਲ ਆਪ ਆਇਆ। ਬੜੀ ਸਰਗਰਮੀ ਨਾਲ ਤਫਤੀਸ਼ ਹੋਣ ਲੱਗੀ। ਇੱਕ ਦਸਤਾ ਸਵਾਰਾਂ ਦਾ ਕਿਸੇ ਪਾਸੇ ਇੱਕ ਕਿਸੇ ਪਾਸੇ ਦੌੜਾਇਆ ਗਿਆ। 2 ਆਦਮੀ ਖਾਂ ਸਾਹਿਬ ਵੱਲ ਦੌੜਾਏ ਔਰ ਹੋਰ ਕੋਸ਼ਿਸ਼ ਹੋਣ ਲੱਗੀ। ਕੋਈ ਜਾਣੇ ਕਿ ਇਹ ਸੱਚਮੁੱਚ ਹੀ ਤਲਾਸ਼ ਵਿੱਚ ਲੱਗੇ ਹਨ। ਅੰਦਰਲੀ ਕੀ ਖਬਰ ਕਿ ਰਾਤ ਭਰ ਤਾਂ ਖਬਰ ਨੂੰ ਜਾਣ ਕੇ ਵੱਡੀ ਖਾਕੇ ਮਚਲੇ ਹੋਈਆਂ ਨੇ ਗੱਲ ਨੂੰ ਲੁਕੋਈ ਰੱਖਿਆ, ਤੇ ਹੁਣ ਵੀ ਇਸ ਪ੍ਰਕਾਰ ਦੀ ਸਰਗਰਮੀ ਨਾ ਪ੍ਰਗਟ ਕਰਦੇ ਤਾਂ ਕੀ ਕਰਦੇ। ਗੱਲ ਕਾਹਦੀ। ਦੁਪਹਿਰ ਤੱਕ ਖੂਬ ਉੱਦਮ ਮਚਿਆ ਰਿਹਾ, ਪਰ ਚੋਰਾਂ ਦਾ ਥਹੁ ਨਾ ਲੱਗਾ। ਲੱਗਦਾ ਕਿੱਕਰ ਜੇ ਕਿਸੇ ਨੇ ਲਾਉਣਾ ਹੁੰਦਾ ਤਾਂ ਲੱਗਾ ਪਿਆ ਸੀ। ਜਦ ਨੀਅਤ ਹੀ ਹੋਰ ਹੋ ਰਹੀ ਸੀ ਤਦ ਕੌਣ ਪਤਾ ਲਾਉਂਦਾ। ਦੁਪਹਿਰੇ ਤੋਂ ਪਿੱਛੋਂ ਖਾਂ ਸਾਹਿਬ ਆ ਗਏ। ਉਹਨਾਂ ਨੂੰ ਬੜਾ ਅਫਸੋਸ ਹੋਇਆ, ਪਰ ਘਰ ਨੂੰ ਸਬੂਤ ਪਾ ਕੇ ਔਰ ਇਹ ਦੇਖ ਕੇ ਕਿ ਤਖਤਿਆਂ ਤੋਂ ਛੁੱਟ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ, ਚੇਤਨ ਦਾ ਖੋਹ ਬਹੁਤ ਦੂਰ ਹੋਇਆ। ਇਸ ਨੇ ਪਹਿਲੇ ਤਾਂ ਕੋਤਵਾਲ ਤੇ ਐਦਿਆਂ ਨਾਲ ਗੱਲਬਾਤ ਕੀਤੀ ਔਰ ਟੋਹ ਲਾਉਣੇ ਦਾ ਇੰਤਜ਼ਾਮ ਕੀਤਾ। ਫਿਰ ਤਰਖਾਣ ਬੁਲਾ ਕੇ ਬੂਹਾ ਮੁਰੰਮਤ ਕਰਵਾਇਆ। 6 ਸਿਪਾਹੀ ਪਹਿਰੇ ਵਾਸਤੇ ਰੱਖ ਲਏ ਔਰ ਫਿਰ ਅੰਦਰ ਆ ਕੇ ਨੌਕਰਾਂ ਨੂੰ ਸ਼ਾਬਾਸ਼ ਦਿੱਤੀ। ਫਿਰ ਵਹੁਟੀ ਨੂੰ ਮਿਲ ਕੇ ਦਿਲ ਦੀਆਂ ਲਿੱਤੀਆਂ ਦਿੱਤੀਆਂ ਔਰ ਸਾਰਾ ਸਮਾਚਾਰ ਸੁਣਿਆ। ਫਾਤਮਾ ਗੱਲ ਜਿਵੇਂ ਜਿਵੇਂ ਸੁਣਾਵੇ, ਸਤਵੰਤ ਕੌਰ ਦਾ ਜ਼ਿਕਰ ਲੁਕਾਵੇ, ਪਰ ਗੱਲ ਟੁੱਟ ਜਾਵੇ ਫਿਰ ਬਣਾਵੇ, ਪਰ ਸੂਤ ਨਾ ਆਵੇ। ਤਿਵੇਂ ਤਿਵੇਂ ਉਸ ਦੇ ਘਰ ਵਾਲੇ ਦੀ ਹੈਰਾਨੀ ਵੱਧਦੀ ਜਾਵੇ, ਪਰ ਉਸਨੇ ਆਪਣੇ ਚਿੱਤ ਦੀ ਆਪ ਹੀ ਤਸੱਲੀ ਕਰ ਲਈ ਕਿ ਇਹ ਮੇਰੀ ਤ੍ਰੀਮਤ ਸਿੱਧੀ ਸਾਦੀ ਹੈ। ਏਡੇ ਭਾਰੇ ਡਰ ਨੂੰ ਦੇਖ ਕੇ ਘਾਬਰ ਗਈ ਹੈ। ਅਜੇ ਤੱਕ ਸਿਰ ਟਿਕਾਣੇ ਨਹੀਂ ਸੂ ਹੋਇਆ, ਤਦੇ ਵਿੱਚ ਅਰਲ ਬਰਲ ਗੱਲਾਂ ਕਰ ਜਾਂਦੀ ਹੈ। ਹੁਣ ਸਤਵੰਤ ਕੌਰ ਨੂੰ ਆਪਣੇ ਨਿਕਲਣੇ ਦਾ ਫਿਕਰ ਹੋਇਆ। ਉਸਦੀ ਸਲਾਹ ਹੋਈ ਕਿ ਮੈਂ ਚੁਪਾਤੇ ਨਿਕਲ ਜਾਵਾਂ, ਪਰ ਫਿਰ ਫਾਤਮਾ ਨੂੰ ਮਿਲੇ ਬਾਅਦ ਜਾਣਾ ਬੁਰਾ ਜਾਣ ਕੇ ਠਹਿਰੀ ਰਹੀ। ਦੂਸਰੇ ਦਿਨ ਫਾਤਮਾ ਉਸਨੂੰ ਅੰਦਰ ਆ ਕੇ ਮਿਲੀ। ਹੁਣ ਦੋਹਾਂ ਵਿੱਚ ਗੱਲਬਾਤ ਹੋਈ। ਸਤਵੰਤ ਕੌਰ ਤਾਂ ਇਹ ਚਾਹੇ ਕਿ ਮੈਂ ਚਲੀ ਜਾਵਾਂ ਤੇ ਫਾਤਮਾ ਚਾਹੇ ਕਿ ਇਹ ਮੇਰੇ ਪਾਸ ਰਹੇ। ਫਾਤਮਾ ਆਪਣੇ ਸੁੱਖ ਦੀ ਬੱਦੀ ਤੇ ਸਤਵੰਤ ਕੌਰ ਨੂੰ ਆਪਣੇ ਵਤਨ ਪਿਤਾ ਦੇ ਕੌਮੀ ਜੋਸ਼ ਦੀ ਖਿੱਚ। ਉਹ ਉਹਨਾਂ ਹਿੰਦੀ ਤ੍ਰੀਮਤਾਂ ਵਿੱਚੋਂ ਨਹੀਂ ਸੀ ਜੋ ਪਰਦੇਸਾਂ ਵਿੱਚ ਜਾ ਕੇ ਆਪਣੇ ਪਿਛਲੇ ਅਸਲੇ ਨੂੰ ਭੁੱਲ ਜਾਂਦੀਆਂ ਹਨ। ਉਹ ਆਪਣੇ ਅਸਲੇ ਨੂੰ ਜਾਣਦੀ ਔਰ ਉੱਥੇ ਪਹੁੰਚਣੇ ਦੀ ਚਾਹਵਾਨ ਸੀ, ਪਰ ਅਜੇ ਤੱਕ ਆਪਣੇ ਧਰਮ ਨੂੰ ਬਚਾਏ ਹੋਏ ਸੀ। ਪਾਤਸ਼ਾਹ ਦੀ ਬੇਗਮ ਮੰਨੋ, ਜਿਸ ਨੇ ਸਿਰ ਫੇਰਿਆ, ਉਹ ਹੋਰ ਕਿਸ ਲਾਲਚ ਵਿੱਚ ਆ ਸਕਦੀ ਸੀ। ਪਰ ਉੱਧਰ ਫਾਤਮਾ ਚਰਨ ਫੜੀ ਜਗਿਆਸੂ ਵਾਂਗ ਹੰਝੂਆਂ ਦੀ ਤਰ੍ਹਾਂ ਵਹਾ ਰਹੀ ਸੀ ਤੇ ਬੇਨਤੀ ਕਰ ਰਹੀ ਸੀ ਕਿ ਮੈਨੂੰ ਛੱਡ ਕੇ ਕਿਤੇ ਨਾ ਜਾਵੀਂ। ਇਸ ਪ੍ਰੇਮ ਦੇ ਬੰਧਨ ਨੂੰ ਤੋੜਨਾ ਡਾਢਾ ਕਠਿਨ ਸੀ। ਕਸ਼ਟਾਂ ਤੇ ਬਿਪਤਾ ਨੂੰ ਸਤਵੰਤ ਝਾਗ ਨਿਕਲੀ ਸੀ, ਪਾਤਸ਼ਾਹੀ ਲਾਲਚਾਂ ਨੂੰ ਤਰ ਨਿਕਲੀ ਸੀ। ਹੁਣ ਪ੍ਰੇਮ ਦੇ ਸਮੁੰਦਰ ਨੂੰ ਠਿੱਲਣ ਦਾ ਔਖਾ ਕੰਮ ਆ ਪਿਆ ਔਰ ਪ੍ਰੇਮ ਵੀ ਪਵਿੱਤਰ ਗੁਰਸਿੱਖੀ ਜਾਂ ਸੰਤ ਭਗਤੀ ਦੀ ਅੰਸ਼ ਸਤਸੰਗ ਵਾਲਾ। ਫਾਤਮਾ ਦਾ ਉਸਦੇ ਚਰਨਾਂ ਨੂੰ ਵਾਰ ਚੁੰਮਣਾ, ਹੱਥ ਜੋੜਨੇ, ਮੱਥੇ ਟੇਕਣੇ, ਸਤਵੰਤ ਕੌਰ ਦਾ ਬਚਾਣਾ, ਨਾ ਕਰਨੀ, ਦਿਲਾਸਾ ਦੇਣਾ ਇੱਕ ਅਸਚਰਜ ਨਕਸ਼ਾ ਬਣਾ ਰਹੇ ਸਨ।
ਬਹੁਤ ਚਿਰ ਇੱਕੋ ਦਾ ਹਾਲ ਰਿਹਾ। ਛੇਕੜ ਪ੍ਰੇਮ ਨੇ ਸਤਵੰਤ ਕੌਰ ਦੀ ਉਪਰਾਮਤਾ ਦੇ ਡੋਲੇ ਥਕਾ ਦਿੱਤੇ। ਡੋਬਿਆ ਤਾਂ ਨਹੀਂ, ਪਰ ਅੱਗੇ ਵਧਣੋਂ ਰੋਕ ਦਿੱਤਾ। ਸਤਵੰਤ ਕੌਰ ਨੂੰ ਮਜਬੂਰ ਹੋ ਕੇ ਇਹ ਕਰਾਰ ਕਰਨਾ ਪਿਆ ਕਿ ਮੈਂ 8 ਦਿਨ ਤੇਰੇ ਪਾਸ ਜ਼ਰੂਰ ਰਵਾਂਗੀ। ਫਾਤਮਾ ਨੂੰ ਕੁਝ ਕੁ ਧਾਰਸ ਹੋਈ। ਹੁਣ ਫਾਤਮਾ ਬੜੀ ਹੀ ਖਾਤਰ ਕਰਨ ਲੱਗੀ। ਮਾਲਕ ਵਾਲੀ ਬੇਸਹਾਰੀ ਨਿਕਲ ਗਈ ਹੋਈ ਸੀ। ਇੱਕ ਮੁਰੀਦ ਵਾਂਗ ਆ ਕੇ ਉਸ ਦੀ ਸੇਵਾ ਕਰੇ ਔਰ ਉਸ ਦਾ ਅਦਬ ਲਿਹਾਜ਼ ਰੱਖੇ। ਸਤਵੰਤ ਕੌਰ ਮਨ ਹੀ ਮਨ ਨੂੰ ਕਹੇ ਕਿ ਇਸ ਖੁੱਬਣ ਤੋਂ ਦੇਖੀਏ ਕਿ ਕੁਰ ਨਿਕਾਸ ਹੋਵੇ। 8 ਦਿਨ ਬੀਤ ਗਏ, ਜਿਵੇਂ ਬੀਤਦੇ ਹਨ ਦਿਨ ਸਦਾ। ਸਤਵੰਤ ਫਿਰ ਤੁਰਨੇ ਲਈ ਤਿਆਰ ਹੋਈ, ਪਰ ਫਾਤਮਾ ਤੁਰਨ ਨਾ ਦੇਵੇ। ਸਤਵੰਤ ਕੌਰ ਨੇ ਕਿਹਾ, ਬੀਬੀ ਜੀ, ਮੈਂ ਕਿਸੇ ਪ੍ਰਕਾਰ ਅਟਕ ਨਹੀਂ ਸਕਦੀ। ਮੈਂ ਆਪਣੇ ਘਰ ਜ਼ਰੂਰ ਪਹੁੰਚਣਾ ਹੈ। ਮੈਨੂੰ ਆਪਣੀ ਮਾਂ ਦਾ ਦਰਸ਼ਨ ਹੁੰਦਾ ਹੈ, ਜੋ ਕਰਤਾਰ ਦੇ ਭਾਣੇ ਪਰ ਸ਼ਾਕਰ ਹੋਣੇ ਦਾ ਅਤੀ ਯਤਨ ਕਰਦੀ ਹੈ। ਪਰ ਕੁਦਰਤੀ ਮੋਹ ਦਾ ਸੋਮਾ ਕਿਸੇ ਵੇਲੇ ਐਸਾ ਪਾਟਦਾ ਹੈ ਕਿ ਉਹ ਆਪਣਾ ਆਪ ਸੰਭਾਲ ਨਹੀਂ ਸਕਦੀ। ਮੈਂ ਕੀ ਕਰਾਂ? ਉਸ ਪਾਸ ਮੈਂ ਪਹੁੰਚਣਾ ਜ਼ਰੂਰ ਹੈ। ਤੂੰ ਪੱਕ ਜਾਣ, ਜੇ ਮੈਂ ਮਾਤਾ ਪਿਤਾ ਦੇ ਰੂਬਰੂ ਮਰ ਜਾਂਦੀ ਤਾਂ ਉਹ ਮੇਰੇ ਵੱਲੋਂ ਕਦੇ ਸ਼ੋਕਾਤਰ ਨਾ ਹੁੰਦੇ। ਪਰ ਹੁਣ ਉਹਨਾਂ ਨੂੰ ਇਹ ਸੱਲ ਉੱਠ ਖਲੋਂਦਾ ਹੈ ਕਿ ਕਿਆ ਸਾਡੀ ਪੁੱਤਰੀ ਜ਼ਾਲਮਾਂ ਦੇ ਪਾਪਾਂ ਦਾ ਹਿੱਸਾ ਵੰਡਾ ਰਹੀ ਹੋਵੇਗੀ। ਉਹਨਾਂ ਦੀ ਬੁੱਧ ਮੰਨਦੀ ਨਹੀਂ, ਪਰ ਭਰਮ ਦਾ ਦਾਰੂ ਲੁਕਮਾਨ ਨੂੰ ਵੀ ਨਹੀਂ ਲੱਭਾ ਸੀ। ਇਸ ਕਰਕੇ ਮੇਰੇ ਚਿੱਤ ਵਿੱਚ ਉਮੰਗ ਹੈ ਕਿ ਮੈਂ ਇਕੇਰਾ ਉਹਨਾਂ ਦੇ ਚਰਨਾਂ ਵਿੱਚ ਪਹੁੰਚਾਂ ਔਰ ਉਹਨਾਂ ਨੂੰ ਤਸੱਲੀ ਦੇ ਦਿਆਂ ਕਿ ਧਰਮ ਨੂੰ ਸਾਬਤ ਲੈ ਕੇ ਮੈਂ ਆਪ ਤੱਕ ਅੱਪੜ ਪਈ ਹਾਂ। ਫਾਤਮਾ ਕਹੇ ਕਿ ਮੈਂ ਕੀ ਕਰਾਂ? ਮੈਨੂੰ ਤੇਰੇ ਨਾਲ ਐਡਾ ਪ੍ਰੇਮ ਉਪਜ ਪਿਆ ਹੈ ਕਿ ਤੇਰੇ ਜਾਨ ਦਾ ਨਾਮ ਸੁਣ ਕੇ ਮੇਰੀ ਜਾਨ ਨਿਕਲਦੀ ਹੈ। ਇਕੱਲ ਤੋਂ ਪਹਿਲਾਂ ਅਸੀਂ ਇਸ ਇਕੱਲ ਨੂੰ ਜਾਣ ਜਾਈਏ। ਇਹ ਇਕੱਲ ਉਸ ਤੋਂ ਰੱਖ ਲਵੇਗੀ। ਇਸ ਇਕੱਲ ਵਿੱਚ ਅਸੀਂ ਸੁਖੀ ਹੋਈਏ। ਇਕੱਲ ਵਿੱਚ ਰੱਬ ਦੀ ਟੇਕ ਤੇ ਰਹੀਏ ਤੇ ਫਿਰ ਇਕੱਲ ਭਾਗੇ ਭਰੀ ਹੋ ਜਾਂਦੀ ਹੈ। ਅਸੀਂ ਫਿਰ ਇਕੱਲੇ ਨਹੀਂ ਰਹਿੰਦੇ। ਸਾਡੇ ਨਾਲ ਮਾਲਕ ਆਪ ਆ ਵਸਦਾ ਹੈ। ਫਾਤਮਾ, ਤੁਸੀਂ ਸੱਚ ਆਖਦੇ ਹੋ ਔਰ ਕਈ ਵਾਰ ਮੈਨੂੰ ਸਮਝਾ ਥੱਕੇ ਹੋ, ਪਰ ਕੀ ਕਰਾਂ? ਮੇਰਾ ਦਿਲ ਸਮਝਦਾ ਤਾਂ ਹੈ, ਪਰ ਪ੍ਰਤੀਤ ਨਹੀਂ ਕਰਦਾ। ਕੋਈ ਐਸੀ ਕਿਰਪਾ ਕਰੋ ਕਿ ਜੋ ਸਮਝਦੀ ਹਾਂ ਉਹ ਹਾਲਤ ਵੀ ਹੋ ਜਾਵੇ। ਸਤਵੰਤ ਕੌਰ ਨੇ ਕਿਹਾ, ਸਾਡੇ ਧਰਮ ਵਿੱਚ ਇਹ ਉਪਦੇਸ਼ ਹੈ, ਜੀਵਤ ਮਰੈ ਮਰੈ ਫੁਨ ਜੀਵੈ। ਜਿਉਂਦਾ ਮਰੇ ਤੇ ਮਰ ਕੇ ਫਿਰ ਜੀਵੇ, ਉਸ ਨੂੰ ਇਸ ਮਨੁੱਖ ਦਾ ਆਨੰਦ ਹੈ। ਸੋ ਇਸ ਗੱਲ ਦਾ ਸਾਧਨ ਕਰਨਾ ਚਾਹੀਏ। ਸਾਡੇ ਦੇਸ਼ ਵਿੱਚ ਸੀਤਲਾ ਦਾ ਰੋਗ ਕਦੇ ਕਦੇ ਪੈਂਦਾ ਹੈ। ਹਜ਼ਾਰਾਂ ਲੋਕ ਉਸ ਨਾਲ ਮਰ ਜਾਂਦੇ ਹਨ, ਪਰ ਸਿਆਣਿਆਂ ਨੇ ਉਸ ਦਾ ਇੱਕ ਉਪਾਅ ਲੱਭਾ ਹੈ। ਸਿਆਲੇ ਵਿੱਚ ਪਹਾੜਾਂ ਤੇ ਕਈ ਲੋਕ ਆਉਂਦੇ ਹਨ। ਉਹਨਾਂ ਪਾਸ ਸੀਤਲਾ ਦੇ ਸੁੱਕੇ ਹੋਏ ਚਿਚਕਿਆਂ ਦਾ ਪਿੱਠਾ ਹੋਇਆ ਧੂੜਾ ਹੁੰਦਾ ਹੈ। ਉਹ ਕੀ ਕਰਦੇ ਹਨ ਕਿ ਵੀਣੀ ਉੱਪਰ ਇੱਕ ਸੂਈਆਂ ਦਾ ਗੁੱਛਾ ਮਾਰ ਕੇ ਪੱਛ ਲਾਉਂਦੇ ਹਨ ਔਰ ਉਸ ਪੱਛ ਪਰ ਧੂੜਾ ਧੂੜਦੇ ਹਨ, ਜਿਸ ਨਾਲ ਇੱਕ ਵੱਡਾ ਸਾਰਾ ਛਾਲਾ ਹੋ ਜਾਂਦਾ ਹੈ। ਕੋਈ 15-20 ਦਿਨ ਔਖ ਹੁੰਦਾ ਹੈ, ਪਰ ਫਿਰ ਉਸ ਨੂੰ ਸੀਤਲਾ ਨਹੀਂ ਨਿਕਲਦੀ। ਇਹਨਾਂ ਗੱਲਾਂ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦੁੱਖ ਤੇ ਜੋ ਬਚਣਾ ਲੋੜੀਏ ਤਾਂ ਥੋੜ੍ਹਾ ਜਿਹਾ ਦੁੱਖ ਉਸੇ ਪ੍ਰਕਾਰ ਦਾ ਕਿਸੇ ਵਿਧੀ ਅਨੁਸਾਰ ਪਹਿਲਾਂ ਭੋਗਣੇ ਕਰਕੇ ਵੱਡਾ ਦੁੱਖ ਟਲ ਜਾਂਦਾ ਹੈ। ਜ਼ਿਕਰ ਹੁਣ ਤੈਨੂੰ ਵਿਛੋੜੇ ਦਾ ਦੁੱਖ ਪਿਆ ਭਾਸਦਾ ਹੈ ਔਰ ਫਿਰ ਮੌਤ ਦਾ ਦੁੱਖ ਦਿਖਦਾ ਹੈ। ਜੇ ਤੂੰ ਜਿਉਂਦੀ ਹੀ ਆਪੇ ਨੂੰ ਵੱਖ ਕਰਨ ਦੀ ਜਾਚ ਸਿੱਖ ਲਵੇਂ, ਤਦ ਵਿਛੋੜੇ, ਇਕੱਲ ਤੇ ਮੌਤ ਦਾ ਦੁੱਖ ਤੈਨੂੰ ਕੀ ਕਹੇਗਾ? ਤੈਨੂੰ ਤਾਂ ਫਿਰ ਕੋਈ ਦੁੱਖ ਵੀ ਡੋਲਣ ਨਾ ਦੇਵੇਗਾ। ਫਾਤਮਾ, ਕਿਰਪਾ ਕਰਕੇ ਮੈਨੂੰ ਉਪਾਅ ਦੱਸੋ। ਸਤਵੰਤ ਕੌਰ ਬੋਲੀ, ਉਪਾਅ ਕਠਨ ਨਹੀਂ। ਬਾਣੀ ਦੇ ਆਨੰਦ ਨੂੰ ਦੇਖ ਚੁੱਕੀ ਹੈ। ਇਹ ਆਨੰਦ ਤੇਰੇ ਅੰਦਰ ਦੀਆਂ ਸੈਲਾਂ ਕੱਢਣੇ ਨੂੰ ਸਮਰੱਥ ਹੈ ਔਰ ਮੈਂ ਦੇਖਦੀ ਹਾਂ ਕਿ ਤੇਰਾ ਹਿਰਦਾ ਬਹੁਤ ਸ਼ੁੱਧ ਹੋ ਰਿਹਾ ਹੈ। ਹੁਣ ਤੂੰ ਵਿਚਾਰ ਤੋਂ ਕੰਮ ਲੈ ਔਰ ਸਾਰੇ ਪਦਾਰਥਾਂ ਨੂੰ ਗਿਆ ਹੋਇਆ ਸਮਝ ਔਰ ਦੇਖ ਕਿ ਕੋਈ ਪਦਾਰਥ ਸਦਾ ਰਹਿਣ ਵਾਲਾ ਨਹੀਂ ਹੈ, ਕੋਈ ਸੁੱਖ ਸਦਾ ਟਿਕਣ ਵਾਲਾ ਨਹੀਂ ਹੈ, ਕੋਈ ਖੁਸ਼ੀ ਬਿਨਾਂ ਆਸਰੇ ਨਹੀਂ, ਅਰਥਾਤ ਨਿਰੇ ਆਪਣੇ ਆਧਾਰ ਤੇ ਨਹੀਂ। ਜੋ ਖੁਸ਼ੀਆਂ ਦੂਸਰਿਆਂ ਦੇ ਆਸਰੇ ਤੋਂ ਪ੍ਰਾਪਤ ਹੁੰਦੀ ਹੈ, ਉਹ ਇੱਕ ਰਸ ਰਹਿਣ ਵਾਲੀ ਨਹੀਂ ਹੋ ਸਕਦੀ, ਕਿਉਂਕਿ ਉਹ ਜਿਨ੍ਹਾਂ ਪਦਾਰਥਾਂ ਤੇ ਜੀਵਾਂ ਦੇ ਆਸਰੇ ਸੇਤੀ ਹੈ, ਉਹ ਸਾਰੇ ਅਟੱਲ ਨਹੀਂ, ਮਰਨਾਓ ਜਾਂ ਨਾਸ਼ਵੰਤ ਹਨ। ਤਾਤੇ ਐਸੀ ਖੁਸ਼ੀ ਰੇਤ ਦਾ ਕੋਟ ਹੈ, ਅੰਤ ਕਿਰੇਗੀ। ਸੋ ਅਸੀਂ ਹੁਣ ਹੀ ਪਦਾਰਥਾਂ ਨੂੰ ਜਿਹੋ ਜਿਹੇ ਕਿ ਇਹ ਹਨ ਉਹੋ ਜਿਹੇ ਸਮਝ ਕੇ ਇਹਨਾਂ ਵੱਲੋਂ ਮਨ ਦਾ ਮੋਹ ਮੋੜੀਏ। ਨੱਸ ਨਾ ਜਾਈਏ, ਵਿੱਚੇ ਰਹੀਏ, ਵਰਤੀਏ, ਪਰ ਓਪਰੀਆਂ ਜਾਣ ਕੇ।
ਸ਼ਹਿਦ ਹੀ ਦੀ ਮੱਖੀ ਵਾਂਗ ਫੁੱਲਾਂ ਦੀ ਮਿਠਾਸ ਲਈਏ, ਫੁੱਲਾਂ ਵਿੱਚ ਫਸ ਨਾ ਜਾਈਏ। ਜੀਕੂ ਘਰ ਦੀ ਮੱਖੀ ਮਰਤਬਾਨ ਵਿੱਚ ਬੈਠ ਕੇ ਮਿੱਠੇ ਵਿੱਚ ਫਸ ਜਾਂਦੀ ਹੈ, ਇਉਂ ਅਸੀਂ ਇਹਨਾਂ ਦੇ ਵਿਛੜਨ ਦੇ ਦੁੱਖ ਤੋਂ ਛੁੱਟ ਜਾਵਾਂਗੇ। ਸਾਡੇ ਜਿਉਣ ਦੇ ਦਿਨ ਚੰਗੇ ਲੰਘਣਗੇ ਔਰ ਅੰਤ ਵੇਲੇ ਪੀੜਾ ਨਹੀਂ ਹੋਵੇਗੀ। ਦੂਜਾ ਕੰਮ ਅਸੀਂ ਇਹ ਕਰੀਏ ਕਿ ਉਸ ਸੱਚੀ ਖੁਸ਼ੀ ਨੂੰ ਲੱਭੀਏ ਕਿ ਜਿਸ ਦਾ ਆਧਾਰ ਜਾਂ ਆਸਰਾ ਕੋਈ ਐਸਾ ਹੋਵੇ ਕਿ ਜੋ ਆਪ ਇੱਕ ਰਸ ਔਰ ਸਦਾ ਅਟਲ ਰਹਿਣੇ ਵਾਲਾ ਹੋਵੇ, ਤਾਂ ਜੋ ਸਾਡਾ ਆਨੰਦ ਵੀ ਇੱਕ ਰਸ ਔਰ ਅਟਲ ਹੋਵੇ। ਜਿਸ ਦੇ ਗੁਆਚਣ ਦਾ ਸੰਸਾ ਚੁੱਕ ਜਾਵੇ, ਸੋ ਉਹ ਆਨੰਦ ਆਪਣੇ ਅੰਦਰ ਹੈ ਔਰ ਉਹ ਆਧਾਰ ਵੀ ਸਾਡੇ ਅੰਦਰ ਹੈ। ਕਹਿੰਦੇ ਹਨ ਕਿ ਕਸਤੂਰੇ ਮਿਰਗ ਨੂੰ ਜਵਾਨੀ ਚੜ੍ਹੇ ਖੁਸ਼ਬੂ ਦੀ ਮਸਤੀ ਜੰਗਲਾਂ ਵਿੱਚ ਭਟਕਾਉਂਦੀ ਹੈ, ਪਰ ਜਦ ਦੇਵਨੇਤ ਨਾਲ ਕਦੇ ਥੱਕ ਕੇ ਡਿੱਗਦੇ ਦੀ ਬੂਥੀ ਆਪਣੀ ਹੀ ਧੁਨੀ ਨਾਲ ਵੱਜ ਜਾਵੇ, ਤਦ ਆਪਣੇ ਆਪ ਵਿੱਚ ਮਸਤ ਹੋ ਕੇ ਝਾੜੀਆਂ ਵਿੱਚ ਸਿਰ ਦੇਣੋਂ ਹਟ ਜਾਂਦਾ ਹੈ। ਤਿਵੇਂ ਜਦ ਆਪਣੇ ਅੰਦਰ ਆਨੰਦ ਔਰ ਆਨੰਦ ਦਾ ਆਸਰਾ ਦਿਸ ਪੈਂਦਾ ਹੈ, ਤਦ ਆਨੰਦ ਭੋਗਣੇ ਵਾਲਾ ਬਾਹਰ ਨਹੀਂ ਭਟਕਦਾ। ਸਾਡੇ ਸਤਿਗੁਰਾਂ ਦਾ ਵਾਕ ਹੈ, ਬਾਹਰ ਢੂੰਡਣ ਤੇ ਛੁੱਟ ਭਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਫਾਤਮਾ ਬੋਲੀ, ਬੀਬੀ ਜੀ, ਆਪ ਦੀਆਂ ਬਾਤਾਂ ਬਹੁਤ ਮਨ ਮੋਹਣੇ ਵਾਲੀਆਂ ਹਨ, ਪਰ ਔਰ ਸੁਣ ਕੇ ਮੇਰਾ ਮਨ ਆਪਣੇ ਆਪ ਵਿੱਚ ਇਕੱਠਾ ਹੁੰਦਾ ਜਾਂਦਾ ਹੈ ਔਰ ਮੈਨੂੰ ਮਾਲੂਮ ਪੈਂਦਾ ਹੈ ਕਿ ਜੇ ਬਾਹਰਲੀਆਂ ਖਿੱਚਾਂ ਟੁੱਟ ਕੇ ਆਪਣੇ ਆਪ ਨਾਲ ਅੰਦਰ ਗੰਢ ਪੈ ਜਾਵੇ, ਤਦ ਜ਼ਰੂਰ ਕੋਈ ਭਾਰਾ ਸੁੱਖ ਨਿਕਲੇਗਾ। ਪਰ ਆਪ ਮੈਨੂੰ ਚੰਗੀ ਤਰ੍ਹਾਂ ਸਮਝਾਓ। ਹੇ ਪਰਮੇਸ਼ਰ ਦੀ ਪਿਆਰੀ, ਮੈਂ ਤੇਰੀ ਭਾਰੀ ਰਿਣੀ ਹਾਂ। ਮੇਰੇ ਸਿਰ ਜੋ ਜੋ ਉਪਕਾਰ ਤੂੰ ਕੀਤੇ ਹਨ, ਮੈਂ ਦੇ ਨਹੀਂ ਸਕਦੀ। ਮੈਂ ਕਿਸੇ ਯੁੱਗ ਤੇਰੀ ਦੇਣੀਆਂ ਦੇਣ ਦੇ ਯੋਗ ਨਹੀਂ ਹਾਂ। ਜਿੱਥੇ ਅੱਗੇ ਮੇਰੇ ਔਗਣਾਂ ਵੱਲ ਅੱਖਾਂ ਮੀਟ ਕੇ ਔਰ ਆਪਣੀ ਦਿਆਲਤਾ ਵੱਲ ਤੱਕ ਕੇ ਤੂੰ ਮੇਰੇ ਪਰ ਕਿਰਪਾ ਕਰਦੀ ਰਹੀ ਹੈ, ਹੁਣ ਵੀ ਮੇਰੇ ਤੇ ਮਿਹਰ ਕਰ ਤੇ ਮੇਰੇ ਭਰਮ ਦੇ ਛੋੜ ਕੱਟ ਦੇ। ਸਤਵੰਤ ਕੌਰ ਨੇ ਕਿਹਾ, ਸੁਣ ਬੀਬੀ, ਮੈਂ ਕੋਈ ਉਪਕਾਰ ਨਹੀਂ ਕੀਤਾ, ਉਪਕਾਰ ਕਰਨੇ ਵਾਲਾ ਗੁਰੂ ਹੈ। ਹਾਂ, ਜੇ ਕਿਸੇ ਦਾ ਭਲਾ ਇਸ ਨਿਕਾਰੀ ਦੇਹ ਦੇ ਰਸਤੇ ਹੋ ਜਾਵੇ ਤਾਂ ਦੇਹ ਦੀ ਸਫਲਤਾ ਹੈ। ਹੁਣ ਮੈਂ ਤੈਨੂੰ ਇੱਕ ਭੇਤ ਦੱਸਦੀ ਹਾਂ, ਮੇਰੇ ਨਾਲ ਕਰਾਰ ਕਰ ਕਿ ਤੂੰ ਸਿਰ ਜਾਏ, ਪਰ ਤਬ ਵੀ ਇਹ ਭੇਤ ਕਿਸੇ ਨਾ ਤਿਆਰ ਬੰਦੇ ਨੂੰ ਨਹੀਂ ਦੱਸੇਂਗੀ। ਫਾਤਮਾ, ਮੈਂ ਨੇਮ ਕਰਦੀ ਹਾਂ, ਪਰ ਇੱਕ ਬੇਨਤੀ ਹੈ ਕਿ ਜੀਕਰ ਤੁਸਾਂ ਮੇਰੇ ਤੇ ਕਿਰਪਾ ਕੀਤੀ ਹੈ, ਜੇਕਰ ਕੋਈ ਸਮਾਂ ਮੈਨੂੰ ਆ ਲੱਗੇ ਤਾਂ ਉਸ ਵੇਲੇ ਕੀ ਕਰਾਂ? ਸਤਵੰਤ ਕੌਰ ਬੋਲੀ, ਸਮਾਂ ਆ ਲੱਗੇ ਤਦ ਵਰਤੋ। ਇਹ ਕੋਈ ਸ਼ੂਮ ਦਾ ਧਨ ਥੋੜਾ ਹੈ। ਇਹ ਸੱਚੇ ਸਤਿਗੁਰ ਜਗਤ ਦਾਤੇ ਦੀ ਦਾਤ ਹੈ, ਜੋ ਹਰੇਕ ਲਈ ਖੁੱਲੀ ਤੇ ਅਮੁੱਲ ਪਈ ਹੈ। ਕੋਈ ਖਾਵੇ, ਵਰਤੇ, ਵੰਡੇ। ਪਰ ਇੰਨੀ ਵਿਚਾਰ ਆਪ ਨੂੰ ਲੋੜੀਂਦੀ ਹੈ ਕਿ ਮੋਤੀਆਂ ਦੀ ਕਦਰ ਅੰਨੇ ਨਹੀਂ ਕਰ ਸਕਦੇ, ਔਰ ਇਹ ਕਿ ਨਿਕਦਰਿਆਂ ਅੱਗੇ ਅਮੋਲਕ ਸਮਾਨ ਰੱਖੋ, ਨਿਕਦਰਿਆਂ ਅੱਗੇ ਅਮੋਲਕ ਸਮਾਨ ਰੱਖੇ ਐਵੇਂ ਜਾਂਦੇ ਹਨ। ਉੱਥੇ ਸੱਚੇ ਸਤਿਗੁਰੂ ਦਾ ਇਹ ਹੁਕਮ ਹੈ ਕਿ ਪਹਿਲੇ ਨਿਕਦਰਿਆਂ ਨੂੰ ਕਦਰ ਕਰਨੀ ਸਿਖਾ ਲਓ। ਜਦ ਕਦਰ ਸਿੱਖ ਜਾਣ, ਫਿਰ ਦਾਤ ਤਾਂ ਗੁਰ ਕੀ ਵੰਡੀ ਹੀ ਜਾ ਰਹੀ ਹੈ, ਆਪੇ ਕੜਛਾ ਮਿਲ ਜਾਂਦਾ ਹੈ। ਇਸ ਪਰ ਤੈਨੂੰ ਵਾਰਤਾ ਸੁਣਾਉਂਦੀ ਹਾਂ। ਇੱਕ ਅਨਪੜ੍ਹ ਪੰਡਤ ਨੇ ਇੱਕ ਰਾਜਾ ਨੂੰ ਵਸ ਕਰ ਲਿਆ। ਇਸ ਪੰਡਤ ਨੂੰ ਕੁਝ ਚਿਰ ਵਾਸਤੇ ਕਿਤੇ ਬਾਹਰ ਜਾਣਾ ਪੈ ਗਿਆ। ਰਾਜਾ ਮੇਰੇ ਵਸ ਵਿੱਚ ਰਹੇ, ਇਹ ਸੋਚ ਕੇ ਪੰਡਤ ਜਾਂਦਾ ਹੋਇਆ ਇੱਕ ਸ਼ਲੋਕ ਰਾਜਾ ਨੂੰ ਕੰਠ ਕਰਾ ਗਿਆ ਤੇ ਕਹਿ ਗਿਆ ਕਿ ਜੋ ਪੰਡਤ ਆਵੇ, ਇਸ ਦੇ ਅਰਥ ਪੁੱਛੀ। ਜੋ ਦੱਸੇ ਕਿ ਦੇਵੀ ਪੀੜੇ ਤੇ ਬੈਠੀ ਮਰੂੰਡੇ ਖਾਂਦੀ ਹੈ, ਉਸ ਨੂੰ ਪੰਡਤ ਜਾਣੀ, ਦੂਜੇ ਨੂੰ ਮੂਰਖ। ਹੁਣ ਜੋ ਪੰਡਤ ਰਾਜਾ ਪਾਸ ਆਵੇ, ਇਹ ਅਰਥ ਨਾ ਕਰ ਸਕਣ ਕਰਕੇ ਰਾਜੇ ਤੋਂ ਅਨਾਦਰ ਲੈ ਕੇ ਜਾਵੇ, ਕਿਉਂਕਿ ਉਹ ਸਾਰੇ ਦੁਰਸਤ ਅਰਥ ਦੱਸਦੇ ਸਨ। ਪਰ ਰਾਜੇ ਨੂੰ ਜੋ ਅਰਥ ਯਾਦ ਕਰਾਏ ਗਏ ਸਨ, ਸੋ ਗਲਤ ਸਨ। ਇੱਕ ਵੇਰ ਉੱਥੇ ਪੰਡਤ ਕਾਲੀਦਾਸ ਜੀ ਆ ਗਏ। ਉਹ ਜਾਣਦੇ ਸਨ ਕਿ ਰਾਜਾ ਮੂਰਖ ਹੈ, ਐਵੇਂ ਵਿਦਵਾਨਾਂ ਦਾ ਅਨਾਦਰ ਕਰਦਾ ਹੈ, ਇਸ ਨੂੰ ਚਾਨਣ ਦੇਣਾ ਚਾਹੀਏ। ਸੋ ਜਦ ਰਾਜਾ ਨੇ ਅਰਥ ਉਸ ਤੋਂ ਵੀ ਪੁੱਛਿਆ, ਤਦ ਕਾਲੀਦਾਸ ਨੇ ਕਿਹਾ ਕਿ ਇਸ ਦੇ ਅਰਥ ਵਾਸਤੇ 6 ਮਹੀਨੇ ਚਾਹੀਦੇ ਹਨ, ਔਰ ਹਰ ਦਿਨ ਆਪ ਦੇ 4 ਘੜੀਆਂ ਮੇਰੇ ਨਾਲ ਰਹੋ। ਐਵੇਂ ਇਸ ਦੇ ਅਰਥ ਨਹੀਂ ਲੱਗ ਸਕਦੇ। ਗੱਲ ਕਿ 6 ਮਹੀਨੇ ਵਿੱਚ ਕਾਲੀਦਾਸ ਨੇ ਰਾਜਾ ਨੂੰ ਵਿਆਕਰਨ ਵਿਦਿਆ ਦੇ ਕੁਛ ਕਾਵਿਆ ਕੋਸ਼ ਪੜ੍ਹਾ ਦਿੱਤੇ ਤੇ ਕਹਿਣ ਲੱਗਾ, ਲੋ ਰਾਜਾ ਜੀ, ਹੁਣ ਆਪ ਸ਼ਲੋਕ ਦਾ ਅਰਥ ਆਪੇ ਕਰੋ। ਜਦ ਰਾਜਾ ਨੇ ਆਪੇ ਅਰਥ ਕੀਤਾ, ਤਦ ਠੀਕ ਅਰਥ ਉਹ ਕੀਤਾ ਜੋ ਸਾਰੇ ਪੰਡਤ ਕਰਦੇ ਹੁੰਦੇ ਸਨ। ਨਾ ਦੇਵੀ ਨਿਕਲੀ, ਨਾ ਪੀੜਾ ਤੇ ਨਾ ਮਰੂੰਡੇ। ਭਾਵ ਇਸ ਦਾ ਇਹ ਸੀ ਕਿ ਰਾਜਾ ਨੂੰ ਸੱਚੇ ਅਰਥ ਦੀ ਸੋਝੀ ਤੇ ਕਦਰ ਨਹੀਂ ਸੀ। ਕਾਲੀਦਾਸ ਨੇ ਉਸ ਨੂੰ ਪਛਾਣ ਤੇ ਕਦਰ ਕਰਨੀ ਸਿਖਾ ਦਿੱਤੀ। ਜਦ ਪਛਾਣ ਤੇ ਕਦਰ ਕਰਨੀ ਸਿੱਖ ਗਿਆ,
ਤਦ ਅਰਥ ਸਪਸ਼ਟ ਸਨ, ਕਿਤੇ ਲੁਕੇ ਸਨ ਹੀ ਨਹੀਂ। ਇਸ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ, ਰਾਮ ਪਦਾਰਥ ਪਾਈ ਕੈ ਕਬੀਰਾ ਗਾਂਠ ਨ ਖੋਲ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ, ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ, ਕੋਈ ਆਏ ਮਿਲੈਗੋ, ਗਾਹਕੀ ਲੇਗੋ ਮਹਿੰਗੇ ਮੋਲ। ਇਸ ਦਾ ਇਹ ਅਰਥ ਨਹੀਂ ਕਿ ਇਸ ਨੂੰ ਰੁਪਈਏ ਲੈ ਕੇ ਸੱਚੀ ਮੁੱਚੀ ਮਹਿੰਗੇ ਮੁੱਲ 'ਤੇ ਵੇਚਣਾ ਹੈ। ਮਹਿੰਗੇ ਮੁੱਲ ਤਾਂ ਪਰਜ ਕੇਵਲ ਕਦਰ ਹੈ। ਨਕਦਰੇ ਨੂੰ ਦਿੱਤਾ ਪਦਾਰਥ ਵਿਅਰਥ ਜਾਂਦਾ ਹੈ, ਜੈਸੇ ਅੰਨੇ ਦੇ ਹੱਥ ਦੀਵਾ ਧਰ ਦੇਣਾ ਹੁੰਦਾ ਹੈ। ਹਾਂ, ਪਰਉਪਕਾਰੀਆਂ ਦਾ ਧਰਮ ਇਹ ਹੈ ਕਿ ਪਹਿਲੇ ਹੱਠ ਤੇ ਅਵਿਦਿਆ ਤੇ ਛੋੜ ਕੱਟਣ ਔਰ ਕਦਰ ਦਾ ਦੀਵਾ ਜਗਾ ਦੇਣ, ਫਿਰ ਇਹ ਪਦਾਰਥ ਬਖਸ਼ਿਆ ਗੁਣਕਾਰ ਹੁੰਦਾ ਹੈ। ਸੱਤ ਧਰਮ ਦਾ ਉਪਦੇਸ਼ ਕਰਨੇ ਤੋਂ ਪਹਿਲੇ ਧਰਮ ਦੀ ਪਿਆਸ ਉਤਪਤ ਕਰਨੀ ਚਾਹੀਏ। ਜਦ ਤੱਕ ਲੋੜ ਨਹੀਂ, ਕਦਰ ਨਹੀਂ, ਤਦ ਤੱਕ ਕਿਸੇ ਨੇ ਪਦਾਰਥ ਨੂੰ ਕੀ ਕਰਨਾ ਹੈ। ਨਕਦਰੇ ਨੂੰ ਦੱਸਿਆ ਪਦਾਰਥ ਦਾ ਅਨਾਦਰ ਤੇ ਆਪਣੇ ਆਪ ਨੂੰ ਦੁੱਖ ਪਹੁੰਚਦਾ ਹੈ। ਇਸ ਗੱਲ ਨੂੰ ਇੱਕ ਕਹਾਣੀ ਪਾ ਕੇ ਸਿਆਣੇ ਦੱਸਿਆ ਕਰਦੇ ਹਨ ਕਿ ਇੱਕ ਉੱਚੇ ਬ੍ਰਿਸ਼ ਪਰ ਇੱਕ ਬਿਜੜੇ ਦਾ ਆਲ੍ਹਣਾ ਬਣਾਇਆ। ਇੱਕ ਦਿਨ ਮੀਂਹ ਟੁੱਟ ਕੇ ਲੱਥਾ। ਬਿਜੜਾ ਬਿਜੜੀ ਨਿੱਘੇ ਹੋਏ ਘਰ ਵਿੱਚ ਬੈਠੇ ਸਨ ਔਰ ਦੋ ਟਟੈਣੇ ਵਿੱਚ ਰੱਖੇ ਹੋਏ ਸਨ, ਜਿਨ੍ਹਾਂ ਕਰਕੇ ਘਰ ਚਾਨਣਾ ਚਿਰਾਗ ਹੋ ਰਿਹਾ ਸੀ। ਇਸ ਵੇਲੇ ਇੱਕ ਬਾਂਦਰ ਠੁਰੂ ਠੁਰੂ ਠਰੂ ਠਰੂ ਕਰਦਾ ਇੱਕ ਟਾਹਣੀ ਤੋਂ ਦੂਜੀ ਟਾਹਣੀ ਪਰ ਟੱਪਦਾ ਦੁਖੀ ਹੋ ਰਿਹਾ ਸੀ। ਦੁਖੀ ਦੇਖ ਕੇ ਬਿਜੜੇ ਨੇ ਉਪਦੇਸ਼ ਦਿੱਤਾ ਕਿ ਹੇ ਮਨੁੱਖ ਸੂਰਤ ਜੰਤੂ, ਦੋ ਹੱਥਾਂ ਪੈਰਾਂ ਵਾਲੇ, ਜੇ ਤੂੰ ਪਹਿਲੇ ਘਰ ਬਣਾ ਛੱਡਦੋਂ ਤਾਂ ਅੱਜ ਕਿਉਂ ਦੁਖੀ ਹੁੰਦੋ। ਬਾਂਦਰ ਨੂੰ ਗੁੱਸਾ ਆਇਆ ਕਿ ਇਹ ਕੌਣ ਹੁੰਦਾ ਹੈ ਜੋ ਮੈਨੂੰ ਉਪਦੇਸ਼ ਕਰਦਾ ਹੈ। ਝੁੰਝਲਾ ਕੇ ਝੱਟ ਬਿਜੜੇ ਦਾ ਆਲ੍ਹਣਾ ਵਲੂੰਧਰ ਦਿੱਤਾ। ਸੋ ਬੀਬੀ, ਨਕਦਰੇ ਨੂੰ ਧਰਮ ਦਾ ਉਪਦੇਸ਼ ਯੋਗ ਨਹੀਂ, ਉਸ ਲਈ ਪਹਿਲਾਂ ਧਰਮ ਦੀ ਕਦਰ ਕਰਨੇ ਦਾ ਉਪਦੇਸ਼ ਠੀਕ ਹੈ। ਸੁਣ ਬੀਬੀ, ਸਭ ਤੋਂ ਪਹਿਲੇ ਲੋੜ ਹੈ ਕਿ ਸਾਡਾ ਸੁਭਾਅ ਨੇਕੀ ਸਿੱਖੇ, ਬੁਰਾ ਕਰਨੋਂ ਰੁਕੇ, ਪਾਪ ਤੋਂ ਡਰੇ, ਮਾੜੀਆਂ ਰੁਚੀਆਂ ਉੱਤੇ ਕਾਬੂ ਪਾਵੇ, ਆਪਣੇ ਆਪ ਦੇ ਤੇ ਵੱਸ ਪਾਉਣ ਦੀ ਜਾਚ ਸਿੱਖੇ। ਇਸ ਕੰਮ ਲਈ ਬਾਣੀ ਦੀ ਸਹਾਇਤਾ ਲਵੇ। ਮਨ ਸਫਾ ਹੋਵੇ ਤੇ ਬਦੀ ਵੱਲੋਂ ਸਹਿਜਾ ਨਾਲ ਮੁੜੇ। ਇਸ ਕਰਕੇ ਗੁਰੂ ਜੀ ਨੇ ਬਾਣੀ ਦਾ ਅਭਿਆਸ ਮੁੱਖ ਰੱਖਿਆ ਹੈ। ਬਾਣੀ ਹਿਰਦੇ ਨੂੰ ਸ਼ੁੱਧ ਕਰਦੀ ਹੈ ਔਰ ਵਿਕਾਰਾਂ ਤੋਂ ਦੂਰ ਰੱਖਦੀ ਹੈ। ਇਹਨਾਂ ਦੋਹਾਂ ਗੱਲਾਂ ਦੇ ਨਾਲ ਹੀ ਪ੍ਰੇਮ ਨੂੰ ਵਧਾਉਂਦੀ ਹੈ। ਇਹ ਤਾਰੀਫਾਂ ਹੋਰ ਕਿਸੇ ਕਰਮ ਵਿੱਚ ਨਹੀਂ ਹਨ। ਇਸ ਕਰਕੇ ਇਹ ਸੁੱਖ ਕਰਮਾਂ ਵਿੱਚੋਂ ਚੋਟੀ ਦਾ ਮੁੱਖ ਕਰਮ ਹੈ ਔਰ ਕਿਸੇ ਕਰਕੇ ਹੁਣ ਤੱਕ ਤੈਨੂੰ ਬਾਣੀ ਦੇ ਅਭਿਆਸ ਵਿੱਚ ਹੀ ਲਾਈ ਰੱਖਿਆ ਸੀ। ਇਸੇ ਕਰਕੇ ਹੁਣ ਤੱਕ ਤੈਨੂੰ ਬਾਣੀ ਦੇ ਅਭਿਆਸ ਵਿੱਚ ਹੀ ਲਾਈ ਰੱਖਿਆ ਸੀ। ਹੁਣ ਤੈਨੂੰ ਮੈਂ ਉਹ ਭੇਦ ਦੱਸਦੀ ਹਾਂ ਜਿਸ ਕਰਕੇ ਤੇਰਾ ਹਿਰਦਾ ਐਸਾ ਨਿਰਮਲ ਹੋ ਜਾਵੇ ਕਿ ਜਿਸ ਵਿੱਚ ਪਰਮੇਸ਼ਰ ਦਾ ਪ੍ਰਤੀਬਿੰਬ ਝਲਕ ਪਵੇ ਔਰ ਤੂੰ ਅੱਠੇ ਪੈਰ ਉਸਦੇ ਮੇਲ ਵਿੱਚ ਰਹੇ। ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੱਸਣਾ ਮੇਰੇ ਧਰਮ ਭਰਾਵਾਂ ਨੂੰ ਕੈਸਾ ਲੱਗੇ ਜਾਂ ਪੰਥ ਦਾ ਕੀ ਹੁਕਮ ਹੋਵੇ, ਪਰ ਮੈਂ ਤੁਹਾਡੇ ਵਿੱਚ ਸਫਾਈ ਦੀ ਝਲਕ ਦੇਖਦੀ ਹਾਂ। ਇਸ ਕਰਕੇ ਮੈਂ ਬੇਵਸੀ ਹੋਈ ਦੱਸਦੀ ਹਾਂ। ਤੁਹਾਡੀ ਦਸ਼ਾ ਵੈਰਾਗ ਤੇ ਪ੍ਰੇਮ ਨੇ ਐਸੀ ਕਰ ਦਿੱਤੀ ਹੈ ਕਿ ਦੱਸੇ ਬਾਅਦ ਤੁਹਾਡਾ ਹੁਣ ਜੀਵਨ ਸੁਖੀ ਰਹਿਣਾ ਕਠਿਨ ਹੈ। ਜਰਾ ਅਜਕ ਕੇ ਪਰ ਮੈਂ ਕੀ ਕਰਾਂ। ਪਿਤਾ ਜੀ ਨੇ ਗੁਰਮੁਖਤਾਈ ਦੀਆਂ ਗੱਲਾਂ ਤਾਂ ਦੱਸ ਕੇ ਕੁਝ ਕਰਵਾਈਆਂ ਹੋਈਆਂ ਸਨ। ਹਾਂ, ਸੱਚੀ ਹੁਣ ਮੌਕਾ ਹੈ, ਪਰ ਫਿਰ ਆਵਾਣੀ ਹਾਂ। ਅੱਜ ਦਾ ਦਿਨ ਠਹਿਰ, ਮੈਂ ਰਾਤ ਬਾਹਰ ਜਾਵਾਂਗੀ। ਇੱਕ ਗੁਰਮੁਖ ਪਿਆਰੇ ਦੇਸ਼ ਤੋਂ ਇੱਥੇ ਆਏ ਹੋਏ ਹਨ, ਉਹਨਾਂ ਨੂੰ ਪੁੱਛ ਕੇ ਕੱਲ੍ਹ ਪਰਸੋਂ ਤੈਨੂੰ ਆ ਦੱਸਾਂਗੀ। ਇਹ ਸੁਣ ਕੇ ਫਾਤਮਾ ਬੋਲੀ, ਬੀਬੀ ਜੀ, ਜਿਵੇਂ ਆਪ ਦੀ ਰਜਾ, ਕਹਿਣਾ ਯੋਗ ਨਹੀਂ, ਪਰ ਮੇਰਾ ਖੋਟਾ ਦਿਲ ਰਹਿ ਨਹੀਂ ਸਕਦਾ। ਕਿਤੇ ਆਪ ਜਾ ਕੇ ਮੁੜ ਨਾ ਆਏ ਤਾਂ ਮੈਂ ਕੀ ਕਰ ਸਾਂ। ਸਤਵੰਤ ਕੌਰ ਨੇ ਕਿਹਾ, ਬੀਬੀ ਜੀ, ਸਿੱਖ ਝੂਠ ਨਹੀਂ ਬੋਲਿਆ ਕਰਦੇ। ਮੈਂ ਜਦ ਦੇਸ਼ ਨੂੰ ਜਾਵਾਂਗੀ ਖਬਰ ਕਰਕੇ ਜਾਵਾਂਗੀ, ਚੁੱਪ ਕੀਤੇ ਤੇ ਚੋਰੀ ਨਹੀਂ ਜਾਵਾਂਗੀ। ਗੱਲ ਇਹ ਹੈ ਕਿ ਮੈਨੂੰ ਭਾਗਾਂ ਨਾਲ ਇੱਥੇ ਉਹ ਗੁਰੂ ਕੇ ਲਾਲ ਮਿਲ ਗਏ ਹਨ ਜਿਨ੍ਹਾਂ ਨੇ ਮੇਰੇ ਪਰ ਬੜੀ ਕਿਰਪਾ ਕੀਤੀ ਹੈ। ਜਿੰਨੇ ਦਿਨ ਮੈਂ ਤੁਹਾਥੋਂ ਵਿਛੜ ਕੇ ਬਾਹਰ ਰਹੀ ਹਾਂ, ਬਹੁਤ ਦਿਨ ਉਹਨਾਂ ਦੀ ਸੰਗਤ ਕਰਦੀ ਰਹੀ ਹਾਂ। ਪਿਤਾ ਜੀ ਦੇ ਬੀਜੇ ਹੋਏ ਬੀਜ ਨੂੰ ਉਹਨਾਂ ਨੇ ਪ੍ਰਫੁੱਲਤ ਕਰ ਦਿੱਤਾ ਹੈ। ਜੋ ਗੱਲਾਂ ਮੈਂ ਅੱਜ ਕੀਤੀਆਂ ਹਨ, ਉਹਨਾਂ ਦੀ ਮਿਹਰ ਹੋਈ ਹੈ। ਇੱਕ ਗੱਲ ਦੀ ਮੈਨੂੰ ਸ਼ੰਕਾ ਹੈ, ਉਹ ਮੈਂ ਉਹਨਾਂ ਤੋਂ ਨਿਵਰਤ ਕਰਕੇ ਤੁਹਾਨੂੰ ਫਿਰ ਆ ਕੇ ਦੱਸਾਂਗੀ। ਇਸ ਪ੍ਰਕਾਰ ਦੇ ਬਚਨ ਬਿਲਾਸ ਦੇ ਮਗਰੋਂ ਸਤਵੰਤ ਕੌਰ ਨੇ ਆਗਿਆ ਲਈ ਔਰ ਮੁੜ ਕੇ ਮਰਦਾਨਾ ਭੇਸ ਕਰਕੇ ਚੁਪਾਤੀ ਬਾਹਰ ਨਿਕਲ ਗਈ ਔਰ ਇੱਕ ਲੁਕਵੇਂ ਟਿਕਾਣੇ ਵਿੱਚ, ਜਿੱਥੇ ਉਹ ਗੁਰ ਕੇ ਪਿਆਰੇ ਰਹਿੰਦੇ ਸਨ, ਉਹਨਾਂ ਨੂੰ ਜਾ ਮਿਲੀ। ਇਸ ਤੋਂ ਅਗਲੀ ਕਹਾਣੀ ਅਗਲੇ ਭਾਗ ਵਿੱਚ ਪੜ੍ਹਾਂਗੇ। ਧੰਨਵਾਦ।